ਗੁਰ ਸੰਗ ਸੁਣਿਓ ਮੈਂ ਲਰੰਤ ਵਕਤ ਹੋਵੇ ਵਿਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਾਨ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਹੋਈ ਗਏ ਭਾਈ, ਜੋ ਕਿ ਸਮਾਂ ਹੋਇਆ ਗਏ ਗੁਰੂ ਘਰ ਦੀ ਕਥਾ ਵਿਚਾਰ ਦੇ ਨਾਲ ਜੁੜਨ ਦਾ। ਸੋ ਆਓ ਗੁਰ ਸੰਗਤ ਜੀ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤਿਨਾਂ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਦੀ ਕਥਾ ਨਾਲ ਆਪਾਂ ਜੁੜੀਏ। ਪਿਛਲੇ ਦਿਨੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਵਿੱਤਰ ਜੀਵਨ ਵਿੱਚੋਂ ਆਪਾਂ ਬੇਨਤੀ ਕੀਤੀ ਸੀ। ਇਹ ਲਿਖਤ ਭਾਈ ਸੰਤੋਖ ਸਿੰਘ ਦੀ ਨਹੀਂ ਬਲਕਿ ਸਨਮਾਨਯੋਗ ਗਿਆਨੀ ਗਿਆਨ ਸਿੰਘ ਜੀ ਦੀ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਸੈयद ਸਾਬਰ ਅਲੀ ਖਾਨ ਜੋ ਮੀਰ ਜਾਨ ਜਹਾਨ ਖਾਨ ਲੋ ਅਬਸਰ ਤੁਰਕਨ ਕੇ ਜੇ ਥੇ ਖਰੇ ਚੱਬੇ ਗਾਂਵ ਨਿਗਟ ਪੁਗ ਲਰੇ। ਕਿ ਇਹ ਸਾਰੇ ਜਿਹੜੇ ਤੁਰਕਾਂ ਦੇ ਜਰਨੈਲ ਨੇ ਇਹ ਚੱਬੇ ਦੇ ਲਾਗੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਹਨਾਂ ਦੇ ਨਾਲ ਦੇ ਸਿੱਖਾਂ ਦਾ ਰਾਹ ਰੋਕ ਕੇ ਬੈਠੇ ਆ। ਚਲੋ ਆਪਾਂ ਸਭਨਾਂ ਨੂੰ ਪਤਾ ਕਿ ਇਹ ਮੈਦਾਨ ਜਿਹੜਾ ਕਿ ਉਹ ਗੋਹਲਵਾੜ ਬਣਿਆ ਗਿਆ। ਇੱਥੋਂ ਤੱਕ ਵਿਚਾਰ ਆਪਾਂ ਪਿੱਛੇ ਸਰਵਣ ਕੀਤੀ ਸੀ। ਹੁਣ ਇਸ ਤੋਂ ਅੱਗੇ ਜੰਗ ਕਿਵੇਂ ਹੋਇਆ ਜਾਂ ਇਸ ਤੋਂ ਅੱਗੇ ਦਾ ਕੀ ਪ੍ਰਸੰਗ ਗਏ, ਆਓ ਆਪਾਂ ਉਹਨੂੰ ਸਰਵਣ ਕਰੀਏ। ਆਪ ਜਿੰਨੇ ਗੁਰਮੁਖ ਮਾਈ ਭਾਈ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਗੇ ਕੋ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਮਨ ਨੂੰ ਇਕਾਗਰਤਾ ਦੀ ਦਾਤ ਬਖਸ਼ ਕਰਕੇ ਤੇ ਆਪਣੇ ਘਰ ਦੇ ਗਿਆਨ ਦੀ ਰੌਸ਼ਨੀ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਪਰਮ ਪੁਰਖ ਪਵਿੱਤਰ ਤੇ ਮਹਾਨ ਸੂਰਬੀਰ ਸ਼ਹੀਦਾਂ ਦੇ ਜੀਵਨ ਦੀ ਆਪ ਵਿੱਚ ਵਰਤ ਕੇ ਵਿਚਾਰ ਕਰਵਾ ਲੈਣ। ਆਪ ਜੀ ਕਰੋ ਕਿਰਪਾ। ਗੁਰ ਸੰਗਤ ਦੀ ਬੜੇ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਰੋ ਕਿਰਪਾ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ ਬਚਿਓ ਮਹਾਨ ਜੰਗ ਤੋਂ ਹਾਂਜੀ ਅਪੰਗ ਜੰਗ ਤੋਂ ਦਿਸੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਚਿਓ ਮਹਾਨ ਜੰਗ ਤੋਂ ਅਭੰਗ ਚੰਗ ਦੋ ਦਿਸੈ। ਕਿ ਗੋਲਵਾੜ ਦੀ ਧਰਤੀ ਤੇ ਇੱਕ ਪਾਸੇ ਸਿੱਖ ਫੌਜਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਤੇ ਗੁਰ ਸੰਗਤ ਦੀ ਦੂਜੇ ਪਾਸੇ ਜਿਹੜੀਆਂ ਜ਼ਾਲਮ ਦੀਆਂ ਫੌਜਾਂ ਨੇ ਜਿਹੜੀਆਂ ਸਿੱਖਾਂ ਦਾ ਰਾਹ ਰੋਕ ਕੇ ਬੈਠੀਆਂ। ਬਾਬਾ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚਣਾ ਚਾਹੁੰਦੇ ਆ ਤੇ ਕਵੀ ਭਾਈ ਸੰਤੋਖ ਸਿੰਘ ਦਾ ਪਿਆਰਾ ਬਚਨ ਕਿ ਵਾਹਿਗੁਰੂ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਗੁਰ ਸੰਗਤ ਦੀ ਦੋਵਾਂ ਪਾਸਿਆਂ ਦੀਆਂ ਫੌਜਾਂ ਆਪਸ ਵਿੱਚ ਜੁਟ ਪਈਆਂ ਨੇ
ਤੇ ਦੋਵਾਂ ਪਾਸਿਆਂ ਦੀਆਂ ਫੌਜਾਂ ਦਾ ਬਹੁਤ ਵੱਡਾ ਯੁੱਧ ਜਿਹੜਾ ਕਿ ਉਹ ਆਪਸ ਵਿੱਚ ਸ਼ੁਰੂ ਹੋ ਗਿਆ। ਦਾਸ ਨਾਲ ਬੇਨਤੀ ਕਰਦਾ ਹੈ ਕਿ ਇਹ ਨਹੀਂ ਕਿ ਆਪ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦੀ ਦਾ ਪ੍ਰਸੰਗ ਸਰਵਣ ਨਹੀਂ ਕੀਤਾ, ਨੇ ਬਹੁਤ ਵਾਰ ਸਰਵਣ ਕੀਤਾ ਹੈ, ਪਰ ਸਨਮਾਨਯੋਗ ਗਿਆਨੀ ਗਿਆਨ ਸਿੰਘ ਜੀ ਨੇ ਜਿਸ ਵਿਲੱਖਣਤਾ ਦੇ ਨਾਲ ਇਸ ਪ੍ਰਸੰਗ ਨੂੰ ਸਾਡੇ ਸਾਹਮਣੇ ਲਿਆਂਦਾ ਨਾ, ਹੋ ਸਕਦਾ ਵੀ ਉਹ ਵਿਲੱਖਣਤਾ ਸਾਡੇ ਸਾਹਮਣੇ ਘੱਟ ਆਈ ਹੋਵੇ। ਤੇ ਇਹ ਅਸੀਂ ਉਸ ਦਿਨ ਵੀ ਕਿਹਾ, ਇਹ ਐਵੇਂ ਫੋਕੀ ਵਡਿਆਈ ਨਹੀਂ। ਗੁਰਦੁਆਰਾ ਸਾਹਿਬ ਦੇ ਜੋ ਪ੍ਰਧਾਨ ਸਾਹਿਬ ਨੇ ਸਰਦਾਰ ਹਰੀ ਸਿਮਰਨ ਸਿੰਘ ਜੀ, ਉਹਨਾਂ ਨੇ ਕਿਤੇ ਇਸ ਇਤਿਹਾਸ ਨੂੰ ਪੜ੍ਹਿਆ ਤੇ ਫਿਰ ਉਹਨਾਂ ਨੇ ਲਗਭਗ 2 ਮਹੀਨੇ ਹੋ ਗਏ ਸਾਨੂੰ ਹੁਕਮ ਲਾਇਆ ਸੀ ਵੀ ਤੁਸੀਂ ਇਹ ਪੜ੍ਹੋ ਤੇ ਇਹ ਇਸ ਢੰਗ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਆ ਉਹ ਸੰਗਤਾਂ ਦੇ ਸਾਹਮਣੇ ਆਵੇ। ਇਹ ਉਹਨਾਂ ਦਾ ਯੋਗ ਉਪਰਾਲਾ ਗਏ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਉਹਨਾਂ ਨੂੰ ਤੰਦਰੁਸਤੀ ਤੇ ਹੋਰ ਸੇਵਾ ਕਰਨ ਦਾ ਬਲ ਬਖਸ਼ਣ। ਭਾਈ ਸਾਹਿਬ ਦਾ ਪਿਆਰਾ ਬਚਨ ਕਿ ਕਹਿੰਦੇ ਮਾਚਿਓ ਮਹਾਨ ਜੰਗ ਥੋ ਅਭੰਗ ਚੰਗ ਦੋ ਦਿਸੈ, ਕਿ ਗੁਰਸੰਗਤ ਦੀ ਦੋਵਾਂ ਪਾਸਿਆਂ ਦੇ ਸੂਰਮੇ ਜਿਹੜੇ ਨੇ ਉਹ ਬੜੀ ਬਹਾਦਰੀ ਦੇ ਨਾਲ, ਬੜੀ ਚੜ੍ਹਦੀ ਕਲਾ ਦੇ ਨਾਲ ਇੱਕ ਦੂਜੇ ਨਾਲ ਜੁਟ ਪਏ ਆ। ਤੇ ਗੁਰਸੰਗਤ ਜੀ ਗੋਲਵਾੜ ਦੀ ਧਰਤੀ ਤੇ ਇੱਕ ਬਹੁਤ ਵੱਡਾ ਮਕਾਨ ਜੰਗ ਸ਼ੁਰੂ ਹੋ ਗਿਆ ਕਿ ਕਹਿੰਦੇ ਉਮੰਗ ਸੰਗ ਸੂਰਮੇ ਲਰੰਤ ਖਵੰਤ ਖਵਾਏ ਰਿਸੈ, ਕਿ ਦੋਵਾਂ ਪਾਸਿਆਂ ਦੇ ਸੂਰਮੇ ਗੁਰਸੰਗਤ ਦੀ ਬੜੇ ਉਤਸ਼ਾਹ ਦੇ ਨਾਲ ਲੜਦੇ ਪਏ, ਉਤਸ਼ਾਹ ਦੇ ਨਾਲ ਲੜਦੇ ਪਏ, ਕਿਉਂਕਿ ਜੰਗ ਜਿਹੜੀ ਕਿ ਉਹ ਉਤਸ਼ਾਹ ਨਾਲ ਜਿੱਤੀ ਜਾਂਦੀ ਹੈ। ਉਤਸ਼ਾਹਹੀਨ ਬੰਦਾ ਜਿਹੜਾ ਕਿ ਉਹ ਕਿਸੇ ਵੀ ਜਗ੍ਹਾ ਤੇ ਫਤਿਹ ਨਹੀਂ ਪ੍ਰਾਪਤ ਕਰ ਸਕਦਾ। ਜੇ ਬੰਦੇ ਦੇ ਮਨ ਅੰਦਰ ਉਤਸ਼ਾਹ ਨਾ ਹੋਵੇ ਤੇ ਉਹ ਸੰਗਤ ਵਿੱਚ ਬੈਠਿਆ ਵੀ ਉਬਾਸੀਆਂ ਲਈ ਜਾਂਦਾ ਹੈ, ਕਿਉਂਕਿ ਉਹਦਾ ਧਿਆਨ ਤਾਂ ਕਿਤੇ ਹੋਰ ਪਾਸੇ ਤੁਰਿਆ ਫਿਰਦਾ ਹੈ, ਇਸ ਜਗ੍ਹਾ ਤੇ ਉਹਦਾ ਮਨ ਨਹੀਂ ਲੱਗਾ। ਜੇ ਸੰਗਤ ਅੰਦਰ ਬਹਿਣ ਦਾ ਉਤਸ਼ਾਹ ਕੇ ਤਾਂ ਮਨੁੱਖ ਇੱਥੇ ਬਹਿ ਸਕਦਾ ਹੈ। ਮਤਲਬ ਕਿਸੇ ਵੀ ਜਗ੍ਹਾ ਤੇ ਫਤਿਹ ਪ੍ਰਾਪਤ ਕਰਨ ਵਾਸਤੇ ਉਤਸ਼ਾਹ ਚਾਹੀਦਾ ਹੈ। ਇਸ ਕਰਕੇ ਕਵੀ ਜੀ ਪਿਆਰਾ ਬਚਨ ਲਿਖਦੇ ਨੇ, ਉਮੰਗ ਸੰਗ ਸੂਰਮੇ, ਸੂਰਮਿਆਂ ਦੇ ਅੰਦਰ ਗੁਰਸੰਗਤ ਦੀ ਬਹੁਤ ਜ਼ਿਆਦਾ ਉਤਸ਼ਾਹ ਕੇ ਲਰੰਤ ਵੰਤ ਖਵਾਏ ਰਿਸੈ, ਤੇ ਦੋਵਾਂ ਪਾਸਿਆਂ ਦੇ ਸੂਰਮੇ ਬਹੁਤ ਜ਼ਿਆਦਾ ਕ੍ਰੋਧ ਨਾਲ ਭਰ ਕੇ, ਗੁੱਸੇ ਨਾਲ ਭਰ ਕੇ, ਬਹੁਤ ਜ਼ਿਆਦਾ ਵੀਰ ਰਸ ਦੇ ਨਾਲ ਭਰ ਕੇ ਫਿਰ ਗੁਰਸੰਗਤ ਦੀ ਲੜਦੇ ਪਏ ਹਨ। ਹੁਣ ਕਹਿੰਦੇ ਧਰਮ ਜੁੱਧ ਦੀਨ ਔ ਮਜਬ ਕਾ ਅਜਬ ਹੈ। ਇੱਕ ਪਾਸੇ ਗੁਰਸੰਗਤ ਦੀ ਧਰਮ ਯੁੱਧ ਹੁੰਦਾ ਪਿਆ ਵਾ। ਧਰਮ ਯੁੱਧ ਦੇ ਪਰਤਾਏ ਅਸੀਂ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਜਿਸ ਯੁੱਧ ਅੰਦਰ ਨਾ ਤੇ ਰਾਜ ਭਾਗ ਦੀ ਲਾਲਸਾ ਵੀ ਮੈਨੂੰ ਰਾਜ ਭਾਗ ਮਿਲ ਜਾਏ, ਜਿਸ ਜਗ ਯੁੱਧ ਦੇ ਅੰਦਰ ਨਾ ਜ਼ਮੀਨ ਜਾਇਦਾਦ ਦੀ ਭੁੱਖ ਗਏ, ਜਿਸ ਯੁੱਧ ਦੇ ਅੰਦਰ ਨਾ ਕਿਸੇ ਪ੍ਰਾਪਰਟੀ ਦੀ ਆਸ ਗਏ, ਬਸ ਇਹ ਯੁੱਧ ਜਿਹੜਾ ਕਿ ਉਹ ਬਸ ਆਪਣੇ ਧਰਮ ਨੂੰ ਮੁੱਖ ਰੱਖ ਕੇ ਲੜਿਆ ਜਾ ਰਿਹਾ, ਉਹਨੂੰ ਕਹਿੰਦੇ ਆ ਧਰਮ ਯੁੱਧ। ਇਸੇ ਕਰਕੇ ਅਸੀਂ ਇੱਕ ਸ਼ਬਦ ਵਰਤਦੇ ਹਾਂ, ਧਰਮ ਯੁੱਧ ਮੋਰਚਾ, ਧਰਮ ਯੁੱਧ। ਖਿਆਲ ਕਰਨਾ ਵਿਦਵਾਨ ਇਸੇ ਕਰਕੇ ਕਹਿੰਦੇ ਕਿ ਬਾਕੀ ਸਭ ਜੰਗਾਂ ਜੜੀਆਂ ਨੇ ਉਹ ਜਰ ਜੋਰੂ ਤੇ ਜ਼ਮੀਨ ਵਾਸਤੇ ਹੋਈਆਂ ਨੇ, ਲੇਕਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਜੰਗਾਂ ਪੜ੍ਹ ਕੇ ਵੇਖ ਲੋ, ਨਾ ਜਰ ਨਾ ਜੋਰੂ ਨਾ ਜ਼ਮੀਨ, ਇਹਨਾਂ ਤਿੰਨਾਂ ਚੀਜ਼ਾਂ ਦੀ ਕੋਈ ਗੱਲ ਨਹੀਂ। ਭਾਈ ਸਾਹਿਬ ਨੇ ਤਾਂ ਕਰਕੇ ਬਚਨ ਲਿਖਿਆ, ਉਹ ਕਹਿੰਦੇ ਧਰਮ ਯੁੱਧ ਦੀਨ ਔ। ਇੱਕ ਪਾਸੇ ਧਰਮ ਯੁੱਧ ਲੜਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿੱਖ ਗਏ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਵਿੱਚ। ਅੱਗੇ ਕਹਿੰਦੇ ਮਜਬ ਕਾ ਅਜਬ ਹੈ। ਹੁਣ ਭਾਈ ਸਾਹਿਬ ਨੇ ਫਿਰ ਅੱਗੇ ਸ਼ਬਦ ਵਰਤਿਆ ਮਜ਼ਹਬ। ਅਸਲ ਸ਼ਬਦ ਅੱਗੇ ਮਜ਼ਹਬ, ਮਜ਼ਹਬ ਦਾ ਆਖਰੀ ਅਰਥ ਵੀ ਧਰਮ ਹੀ ਹੁੰਦਾ ਹੈ। ਕਹਿਣ ਲੱਗੇ ਯਾਦ ਰੱਖਣਾ, ਧਰਮ ਯੁੱਧ ਲੜਨ ਵਾਸਤੇ ਗੁਰੂ ਘਰ ਦੇ ਸੂਰਮੇ ਗਏ ਆ ਤੇ ਇਹਨਾਂ ਸਭਨਾ ਸੂਰਮਿਆਂ ਦੇ ਉੱਪਰ ਮਜ਼ਹਬ ਦਾ ਜਿਹੜਾ ਰੰਗ ਗੇ ਉਹ ਬੜਾ ਅਸਤਰਦ ਚੜਿਆ ਹੋਇਆ। ਇਹਨਾਂ ਦਾ ਆਪਣੇ ਧਰਮ ਦਾ ਰੰਗ ਚੜਿਆ ਹੋਇਆ ਵੀ ਆਪਾਂ ਅੱਗੇ ਜਾ ਕੇ ਇਹਨਾਂ ਬਾਰੇ ਸਰਵਣ ਕਰਾਂਗੇ। ਕਹਿੰਦੇ ਇਹਨਾਂ ਸਭਨਾ ਸੂਰਮਿਆਂ ਨੂੰ ਅਸਚਰਜਤਾ ਦੇ ਨਾਲ ਆਪਣੇ ਧਰਮ ਦਾ ਰੰਗ ਚੜਿਆ ਹੋਇਆ ਕਿ ਜੀ। ਹੁਣ ਕਹਿੰਦੇ ਵਿਚਾਰ ਚੀਤ ਜੀਤ ਹੇਤ,
ਇੱਕ ਵੀ ਇਦਾਂ ਦਾ ਸਿੱਖ ਸੂਰਮਾ ਨਹੀਂ ਲੜਦਾ ਪਿਆ ਜਿੰਦੇ ਅੰਦਰ ਇਹ ਫੁਰਨਾ ਨਾ ਪੈਦਾ ਹੁੰਦਾ ਹੋਵੇ ਵੀ ਅਸੀਂ ਜੰਗ ਜਿੱਤਣਾ ਹੈ। ਹਰ ਕਿਸੇ ਦੇ ਗਿਰਦੇ ਦੇ ਅੰਦਰ ਨਾ ਜੰਗ ਜਿੱਤਣ ਦੀ ਵਿਚਾਰ ਚੱਲਦੀ ਪਈ। ਹਰ ਕੋਈ ਗੁਰੂ ਕਾ ਸਿੱਖ ਇਸ ਜੰਗ ਨੂੰ ਜਿੱਤਣਾ ਲੋਚਦਾ ਹੈ। ਫਿਰ ਅੱਗੇ ਉਹਨਾਂ ਬਦਨ ਵਰਤਿਆ ਖੇਤ ਮੈਂ ਅਜਬ ਗਏ। ਕਹਿੰਦੇ ਨੇ ਕਿ ਯਾਦ ਰੱਖਣਾ ਉਸ ਖੇਤ ਦੇ ਅੰਦਰ ਮਤਲਬ ਉਸ ਜੰਗ ਦੇ ਮੈਦਾਨ ਦੇ ਅੰਦਰ ਬੜੀ ਚੜ੍ਹਦੀ ਕਲਾ ਨਾਲ ਲੜਦੇ ਪਏ ਗਨ। ਗੁਰ ਸੰਗਤ ਜੀ ਉਹਨਾਂ ਨੇ ਆਪਣੇ ਅੰਦਰ ਬਹੁਤ ਜ਼ਿਆਦਾ ਵੀਰ ਰਸ ਜਿਹੜਾ ਕਿ ਉਹਨੂੰ ਵਧਾਇਆ ਹੋਇਆ ਹੈ। ਵੀਰ ਰਸ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੇ ਸਾਹਮਣੇ ਜਿਹੜਾ ਦੁਸ਼ਮਣ ਆਉਂਦਾ ਪਿਆ ਵਾ ਨਾ ਉਹਨਾਂ ਨੂੰ ਉਹਨਾਂ ਨੇ ਆਪਣੀ ਜਾਨ ਦਾ ਦੁਸ਼ਮਣ ਮੰਨਿਆ। ਇਹਨੂੰ ਫਿਰ ਸਮਝਣਾ, ਕਿਉਂਕਿ ਆਪ ਜਿੰਨੀ ਸੰਗਤ ਇਕਾਗਰਤਾ ਨਾਲ ਸਰਵਣ ਕਰ ਰਹੇ ਹੋ ਨਾ ਇਹ ਧਿਆਨ ਜ਼ਰੂਰ ਦਿਓ, ਕਿਉਂਕਿ ਬਾਬਾ ਜੀ ਜਿਸ ਮਹਾਂਪੁਰਖ ਦੇ ਆਪਾਂ ਸਥਾਨ ਤੇ ਬਹਿ ਕੇ ਸੁਣ ਰਹੇ ਆ ਨਾ ਉਹਦੀ ਸ਼ਹੀਦੀ ਦੀ ਕਥਾ ਵਾ। ਕਹਿਣ ਨੂੰ ਤੇ ਹਰ ਕੋਈ ਕਹੀ ਜਾਂਦਾ ਵੀ ਸਾਡਾ ਬਾਬਾ ਦੀਪ ਸਿੰਘ ਹੈ, ਤੇ ਪੁੱਛ ਕੇ ਵੇਖ ਲਓ 95% ਨੂੰ ਇਹ ਨਹੀਂ ਪਤਾ ਵੀ ਉਹਦੀ ਜਨਮ ਦੀ ਤਰੀਕ ਉਹਦੀ ਸ਼ਹੀਦੀ ਦੀ ਤਰੀਕ ਕੀ ਹੋਵੇਗੀ। ਕਹਿਣ ਨੂੰ ਤਾਂ ਸਾਰਾ ਮੁਲਕ ਹੀ ਕਹੀ ਜਾਂਦਾ ਨਾ ਵੀ ਸਾਡਾ ਇਹ, ਪਰ ਬਾਬਾ ਸਾਹਿਬ ਜੀ ਨੇ ਕੀ ਕਾਰਨਾਮੇ ਕੀਤੇ, ਕੀ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ, ਕੀ ਗੁਰਬਾਣੀ ਦੇ ਗੁਟਕਾ ਸਾਹਿਬ ਲਿਖੇ, ਕਿਹੜੀ ਜੰਗ ਵਿੱਚ ਉਹਨਾਂ ਨੇ ਹਿੱਸਾ ਲਿਆ। ਇਹਨਾਂ ਗੱਲਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਭਾਈ ਸਾਹਿਬ ਦਾ ਪਿਆਰਾ ਬਚਨ ਕੇ ਕਹਿੰਦੇ ਕ੍ਰੋਧ ਕੋ ਵਡਾਏ ਕੇ ਵਿਰੋਧ ਹੂੰ ਅਪਾਰ ਕੈ। ਗੁਰ ਸੰਗਤ ਜੀ ਸਭਨਾਂ ਦੇ ਅੰਦਰ ਵੀਰ ਰਸ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਤੇ ਜਿਹੜੇ ਅੱਗੇ ਦੁਸ਼ਮਣ ਖਲੋਤੇ ਆ ਨਾ ਉਹਨਾਂ ਨੂੰ ਉਹ ਆਪਣਾ ਸੱਚੀ ਦੁਸ਼ਮਣ ਮੰਨਦੇ ਆ। ਹੁਣ ਇਹਨੂੰ ਫਿਰ ਸਮਝੋ ਕਈ ਵਾਰ ਨਾ ਕਿਸੇ ਨੂੰ ਬੰਦਾ ਆਪਣਾ ਜਾਨੀ ਦੁਸ਼ਮਣ ਮੰਨਦਾ ਏ ਵੀ ਇਹ ਮੇਰੀ ਜਾਨ ਦਾ ਦੁਸ਼ਮਣ ਹੈ, ਇਹ ਮੇਰੀ ਜਾਨ ਲੈ ਸਕਦਾ ਹੈ। ਲੇਕਿਨ ਗੁਰਸਿੱਖ ਜਦੋਂ ਜੰਗ ਲੜਨ ਵਾਸਤੇ ਜਾਂਦਾ ਕਿ ਉਹ ਇਕੱਲਾ ਜਾਨੀ ਦੁਸ਼ਮਣ ਨਹੀਂ ਮੰਨਦਾ, ਉਹ ਆਪਣੇ ਦੁਸ਼ਮਣ ਨੂੰ ਆਪਣੇ ਧਰਮ ਦਾ ਦੁਸ਼ਮਣ ਮੰਨਦਾ ਹੈ। ਉਹ ਕਹਿੰਦਾ ਮੇਰੀ ਜਾਨ ਜਾਂਦੀ ਆ ਤੇ ਚਲੀ ਜਾਵੇ, ਪਰ ਸੱਚੀ ਗੱਲ ਇਹ ਹੈ ਮੇਰੇ ਧਰਮ ਨੂੰ ਆਂਚ ਨਹੀਂ ਆਉਣੀ ਚਾਹੀਦੀ। ਧਰਮ ਵਾਸਤੇ ਮੈਂ ਆਪਣੀ ਜਾਨ ਦੀ ਬਾਜੀ ਵੀ ਲਾ ਦਿਆਂਗਾ। ਇਸ ਕਰਕੇ ਗੁਰਸੰਗਤ ਦੀ ਬਹੁਤ ਜ਼ਿਆਦਾ ਉਹਨਾਂ ਦੇ ਅੰਦਰ ਵੀਰ ਰਸ ਵਧਿਆ ਹੋਇਆ ਵਾ ਤੇ ਜਿਹੜਾ ਦੁਸ਼ਮਣ ਅੱਗੇ ਆ ਰਹੇਗਾ ਕਿ ਉਸ ਦੁਸ਼ਮਣ ਨੂੰ ਆਪਣਾ ਸਭ ਤੋਂ ਵੱਡਾ ਉਹਨਾਂ ਦੁਸ਼ਮਣ ਮੰਨਿਆ ਹੈ। ਸਭ ਤੋਂ ਵੱਡਾ ਆਪਣਾ ਦੁਸ਼ਮਣ ਉਹਨਾਂ ਨੇ ਮੰਨਿਆ ਹੋਇਆ ਕਿ ਜੀ ਹੁਣ ਦੋਵਾਂ ਪਾਸਿਆਂ ਦੇ ਸੂਰਮੇ ਜਿਹੜੇ ਆ ਉਹ ਇੱਕ ਦੂਜੇ ਨੂੰ ਘੂਰ ਕੇ ਪੈ ਰਹੇ ਆ। ਘੂਰਨਾ ਅਰਥ ਆਪਾਂ ਜਾਣਦੇ ਨਾ ਵੀ ਉਸ ਬੰਦੇ ਨੇ ਮੈਨੂੰ ਘੂਰਿਆ ਗੁੱਸੇ ਵਿੱਚ ਆ ਕੇ। ਕਹਿੰਦੇ ਨੇ ਭਰੰਤ ਘੂਰ ਦੋਵਾਂ ਪਾਸਿਆਂ ਦੇ ਸੂਰਮੇ ਇੱਕ ਦੂਜੇ ਨੂੰ ਘੂਰ ਕੇ ਪੈਂਦੇ ਪਏ ਆ। ਦੂਰ ਢਾਰ ਗਏ ਤੇ ਦੋਵਾਂ ਪਾਸਿਆਂ ਦੇ ਸੂਰਮਿਆਂ ਦੇ ਕੋਲ ਢਾਲਾਂ ਨੇ। ਗੁਰਸੰਗਤ ਜੀ ਢਾਲਾਂ ਮਾਰ ਕੇ ਜਾਂ ਢਾਲਾਂ ਦੇ ਨਾਲ ਵਾਰ ਰੋਕ ਕੇ ਆਪੋ ਆਪਣੇ ਦੁਸ਼ਮਣ ਨੂੰ ਪਿੱਛੇ ਕਟਾਉਣ ਦਾ ਯਤਨ ਕੀਤਾ ਜਾ ਰਿਹਾ। ਇਧਰਲੇ ਪਾਸਿਓਂ ਉਧਰਲੇ ਪਾਸਿਓਂ ਦੁਸ਼ਮਣ ਕਹਿੰਦਾ ਸਿੱਖਾਂ ਦੇ ਪੈਰ ਉਪੜਦਾ ਨੇ ਪਿਛਾਂ ਚਲੇ ਜਾਣ। ਇਧਰਲੇ ਪਾਸਿਓਂ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਅੰਦਰ ਸਿੱਖ ਨੇ ਬਹਾਦਰੀ ਨਾਲ ਲੜਦੇ ਪਏ ਆ ਵੀ ਦੁਸ਼ਮਣ ਦੇ ਪੈਰ ਉਖੜ ਜਾਣ ਤੇ ਅਸੀਂ ਹਰਿਮੰਦਰ ਸਾਹਿਬ ਦੇ ਦੀਦਾਰ ਕਰੀਏ। ਇਸ ਪ੍ਰਕਾਰ ਇੱਕ ਦੂਜੇ ਨੂੰ ਘੂਰਦੇ ਪਏ ਆ ਤੇ ਢਾਲਾਂ ਦੇ ਜ਼ੋਰ ਨਾਲ ਇੱਕ ਦੂਜੇ ਨੂੰ ਪਿੱਛੇ ਧੱਕਦੇ ਪਏ ਗਨ। ਹੁਣ ਅਗਲਾ ਬਚਨ ਆਪ ਜੀ ਨੇ ਸਰਵਣ ਕਰਨਾ, ਚਲੋ ਹੋ ਸਕਦਾ ਹੈ ਆਪ ਜੀ ਨੂੰ ਪਹਿਲਾਂ ਵੀ ਜਾਣਕਾਰੀ ਹੋਵੇ। ਉਨ ਗੁਰ ਸੰਗਤ ਜੀ ਪੁਰਾਤਨ ਸਮੇਂ ਦੇ ਅੰਦਰ ਨਾ ਜਿਹੜੇ ਚੱਕਰ ਆ ਨਾ, ਚੱਕਰ ਤੁਸੀਂ ਅੱਜ ਵੇਖ ਕੇ ਵੀ ਨਿਹੰਗਾ ਸਿੰਘਾਂ ਨੇ ਦਮਾਲਿਆਂ ਤੇ ਸਜਾਏ ਹੁੰਦੇ ਆ। ਹੁਣੇ ਸਿੰਘ ਤੇ ਇੱਕ ਮੱਥਾ ਟੇਕ ਕੇ ਗਿਆ, ਉਹਨੇ ਆਪਣੇ ਗਲ ਅੰਦਰ ਵੀ ਪਾਇਆ ਸੀ। ਜਿਸ ਬੰਦੇ ਨੇ ਤੇ ਕਦੀ ਸ਼ਾਸਤਰਾਂ ਬਾਰੇ ਨਾ ਪੜ੍ਹਿਆ ਨਾ ਸੁਣਿਆ ਤੇ ਨਾ ਕਦੇ ਕਿਸੇ ਦਲ ਪੰਥ ਵਿੱਚ ਵਿਚਰ ਕੇ ਵੇਖਿਆ, ਉਹ ਤੇ ਮੈਂ ਕਹਿੰਦਾ ਵੀ ਸੁਣਿਆ, ਉਹ ਕਹਿੰਦੇ ਨਿਹੰਗ ਤੇ ਐਵੇਂ ਇਹਨਾਂ ਨਾਲ ਲੋਹਾ ਚੁੱਕੀ ਫਿਰਦੇ, ਏਦਾਂ ਕਹਿੰਦੇ ਜੀ ਲੋਕ। ਪਰ ਯਾਦ ਰੱਖਣਾ ਪੁਰਾਤਨ ਸਮੇਂ ਦੇ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕੜੇ ਦਿੱਤੇ ਆ, ਸਾਨੂੰ ਚੱਕਰ ਦਿੱਤੇ ਆ। ਇਹ ਚੱਕਰ ਆਪਣੇ ਦਮਾਲਿਆਂ ਤੇ ਵੀ ਸਜਾਏ ਜਾਂਦੇ ਸਨ ਤੇ ਗਲਾਂ 'ਚ ਵੀ ਪਾਏ ਜਾਂਦੇ ਸਨ ਕਿ ਕੋਈ ਬੰਦਾ ਤੁਹਾਡੇ ਸਿਰ ਤੇ ਕਿਰਪਾਨ ਦਾ ਵਾਰ ਕਰੇਗਾ, ਚੱਕਰ ਤੇ ਆ ਕੇ ਵੱਜੇਗੀ ਤੇ ਦਸਤਾਰ ਵੀ ਬਚੇਗੀ ਤੇ ਸਿਰ ਵੀ ਬਚੇਗਾ। ਹੁਣ ਟੋਪੀ ਜਾਂ ਰੁਮਾਲ ਤਾਂ ਉਹਦੇ ਤੋਂ ਨਹੀਂ ਨਾ ਬਚਾ ਸਕਦਾ ਕਿਰਪਾਨ ਤੋਂ। ਉਸ ਤੋਂ ਅਗਲੀ ਗੱਲ ਜਿਹੜੇ ਚੱਕਰ ਨੇ ਨਾ, ਇਹ ਗੁਰਸੰਗਤ ਜੀ ਇੱਕ ਬੜਾ ਵੱਡਾ ਸ਼ਸਤਰ ਨੇ। ਇਹਨਾਂ ਨੂੰ ਉਂਗਲ ਤੇ ਪਾ ਕੇ ਘੁਮਾ ਕੇ ਦੁਸ਼ਮਣ ਵਾਲੇ ਪਾਸੇ ਛੱਡਿਆ ਜਾਂਦਾ ਸੀ। ਚਲੋ ਇਹ ਕਲਾ ਹੁਣ ਨਹੀਂ ਰਹੇਗੀ ਸਾਡੇ ਅੰਦਰ,
ਪਰ ਸਾਡੇ ਵਡੇਰਿਆਂ ਦੇ ਕੋਲ ਇਹ ਕਲਾ ਸੀ। ਤੇ ਜਦੋਂ ਚੱਕਰ ਛੱਡਣਾ ਨਾ ਤੇ ਅਗਲੇ ਦੇ ਵਾਹਿਗੁਰੂ ਨੇ ਗਲ ਤੇ ਜਾ ਕੇ ਲੱਗਣਾ ਜਾਂ ਕਿਸੇ ਜਗ੍ਹਾ ਤੇ ਉਹਨੂੰ ਜ਼ਖਮੀ ਕਰ ਦਿੰਦਾ ਤੇ ਕਈ ਚੱਕਰ ਦੇ ਨਾਲ ਮਰ ਵੀ ਜਾਂਦੇ ਸਨ। ਤੇ ਇਹ ਚੱਕਰ ਘਮਾਉਣ ਦੀ ਕਲਾ ਕੱਲੀ ਸਾਡੇ ਕੋਲ ਨਹੀਂ, ਦੁਸ਼ਮਣ ਦੇ ਕੋਲ ਵੀ ਹੈ। ਖਿਆਲ ਕਰੋ, ਇਕੱਲਾ ਇਹ ਕਹਿ ਦੇਣਾ ਕਿ ਬਾਬਾ ਦੀਪ ਸਿੰਘ ਸਾਡਾ ਗਏ ਬਹੁਤ ਸੌਖਾ ਗਏ, ਲੇਕਿਨ ਬਾਬੇ ਦੀਪ ਸਿੰਘ ਬਾਰੇ ਜਾਣਨਾ ਤੇ ਬਾਬੇ ਦੀਪ ਸਿੰਘ ਵਰਗੇ ਗੁਣਾਂ ਨੂੰ ਧਾਰਨ ਕਰਨਾ ਇਹ ਬਹੁਤ ਔਖਾ ਗਏ। ਕੱਲੇ ਕਹਿਣ ਨਾਲ ਗੱਲ ਨਹੀਂ ਬਣਨੀ। ਭਾਈ ਸਾਹਿਬ ਨੇ ਪਿਆਰਾ ਬਤਨ ਲਿਖਿਆ, ਕਹਿੰਦੇ ਛੁਟੰਤ ਚੱਕਰ ਬੱਕਰ ਫਿਰੰਤ ਕੀ ਦਮਾਲ ਸੀ। ਕਹਿੰਦੇ ਦੋਵਾਂ ਪਾਸਿਆਂ ਤੋਂ ਇੰਨੇ ਜ਼ਿਆਦੇ ਚੱਕਰ ਇੱਕ ਦੂਜੇ ਵੱਲ ਛੱਡੇ ਜਾ ਰਹੇ, ਉਧਰ ਉਹ ਸਿੱਖਾਂ ਵੱਲ ਛੱਡਦੇ ਤੇ ਸਿੱਖ ਉਹਨਾਂ ਵੱਲ। ਚੱਕਰ ਅਸਮਾਨ ਵਿੱਚ ਏਦਾਂ ਉੱਡਦੇ ਪਏ ਨੇ ਵਾਹਿਗੁਰੂ ਜੀ, ਜਿਵੇਂ ਇੱਲਾਂ ਆਪਣੀ ਉਡਾਰੀ ਮਾਰਦੀਆਂ ਪਈਆਂ ਹੋਣ। ਭਾਈ ਸਾਹਿਬ ਨੇ ਚਲੋ ਸ਼ਬਦ ਗੀਤ ਵਰਤਿਆ, ਗੀਤ ਦਾ ਅਰਥ ਗਿਰਜ ਹੈ। ਕਹਿੰਦੇ ਜਿਵੇਂ ਗਿਰਜਾਂ ਅਸਮਾਨ ਵਿੱਚ ਉੱਡਦੀਆਂ ਨਾ, ਇਸ ਪ੍ਰਕਾਰ ਦੋਵਾਂ ਪਾਸਿਆਂ ਤੋਂ ਛੱਡੇ ਹੋਏ ਚੱਕਰ ਅਸਮਾਨ ਵਿੱਚ ਉੱਡਦੇ ਪਏ ਹਨ। ਹੁਣ ਅੱਗੇ ਕਵੀ ਜੀ ਦਾ ਪਿਆਰਾ ਬਚਨ ਅੱਗੇ ਕਿ ਜਿਹੜੀਆਂ ਦੋਵਾਂ ਪਾਸਿਆਂ ਦੇ ਸਿਪਾਹੀਆਂ ਕੋਲ ਤੇਗਾਂ ਨੇ, ਇਹ ਤੇਗਾਂ ਏਦਾਂ ਲਿਸ਼ਕਦੀਆਂ ਪਈਆਂ ਨੇ ਕਿ ਜਿਵੇਂ ਕਾਲ ਆਪਣੀ ਜ਼ਬਾਨ ਕੱਢ ਕੇ ਬੈਠਾ ਹੋਵੇ, ਜਿਵੇਂ ਮੌਤ ਆਪਣੀ ਜ਼ਬਾਨ ਕੱਢ ਕੇ ਬੈਠੀ ਹੋਵੇ ਨਾ। ਗੁਰਸੰਗਤ ਦੀ ਇਸ ਪ੍ਰਕਾਰ ਦੋਵਾਂ ਪਾਸਿਆਂ ਦੇ ਸੂਰਮਿਆਂ ਦੀਆਂ ਤੇਗਾਂ ਲਿਸ਼ਕਦੀਆਂ ਪਈਆਂ ਹਨ। ਅੱਗੇ ਸ਼ਬਦ ਭਾਈ ਸਾਹਿਬ ਨੇ ਵਰਤਿਆ ਬਿਲਾਸ਼। ਬਿਲਾਸ਼ ਦਾ ਅਕਰੀ ਅਰਥ ਅਗੇ ਅਨੋਖੇ, ਤੇ ਅਗਲਾ ਸ਼ਬਦ ਅਗੇ ਸਾਇਕਾ। ਸਾਇਕਾ ਦਾ ਅਰਥ ਅਗੇ ਤੀਰ। ਕਹਿੰਦੇ ਦੋਵਾਂ ਪਾਸਿਆਂ ਦੇ ਜਿਹੜੇ ਅਨੋਖੇ ਤੀਰ ਨੇ, ਗੁਰਸੰਗਤ ਜੀ ਅਨੋਖੇ ਤੀਰ ਅਸਮਾਨ ਵਿੱਚ ਏਦਾਂ ਉੱਡਦੇ ਪਏ ਆ ਜਿਵੇਂ ਉੱਡਣਾ ਸੱਪ ਉੱਡਦਾ ਪਿਆ ਹੋਵੇ। ਜਿਸ ਪ੍ਰਕਾਰ ਉੱਡਣੇ ਸੱਪ ਅਸਮਾਨ ਵਿੱਚ ਉੱਡਦੇ ਆ ਨਾ, ਇਸ ਪ੍ਰਕਾਰ ਗੁਰਸੰਗਤ ਦੇ ਜਿਹੜਾ ਜੰਗ ਹੁੰਦਾ ਪਿਆ, ਇਸ ਜੰਗ ਦੇ ਅੰਦਰ ਦੋਵਾਂ ਪਾਸਿਆਂ ਦੇ ਤੀਰ ਜਿਹੜੇ ਨੇ ਉਹ ਅਸਮਾਨ ਵਿੱਚ ਉੱਡਦੇ ਪਏ ਹਨ। ਹੁਣ ਕਹਿੰਦੇ ਫੁਕੰਤ ਆਸਮਾਨ ਮੈਂ, ਫੁਕੰਤ ਦਾ ਅਕਰੀ ਅਰਥ ਕੇ ਫੁੰਕਾਰੇ ਮਾਰਨੇ। ਅਸਮਾਨ ਦਾ ਅਰਥ ਆਪ ਜੀ ਜਾਣਦੇ ਹੋ। ਕਹਿੰਦੇ ਜਦੋਂ ਉੱਡਦੇ ਕੋਈ ਤੀਰ ਲੰਘਦੇ ਤੇ ਸ਼ੂ ਸ਼ੂ ਦੀ ਆਵਾਜ਼ ਆਉਂਦੀ ਆ, ਇਹ ਤੇ ਏਦਾਂ ਲੱਗਦਾ ਕਿ ਜਿਵੇਂ ਅਸਮਾਨ ਦੇ ਅੰਦਰ ਨਾ ਉੱਡਣ ਵਾਲੇ ਸੱਪ ਫੁੰਕਾਰੇ ਮਾਰਦੇ ਫਿਰਦੇ ਹੋਣ। ਤੇ ਫਿਰ ਭਾਈ ਸੰਤ ਗਿਆਨੀ ਗਿਆਨ ਸਿੰਘ ਜੀ ਲਿਖਦੇ ਵੀ ਇਹ ਤੀਰ ਇੰਨੇ ਭਿਆਨਕ ਨੇ ਕਿ ਜਿਵੇਂ ਉੱਡਣਾ ਸੱਪ ਕਿਸੇ ਬੰਦੇ ਦੇ ਡੰਗ ਮਾਰ ਜਾਵੇ ਤੇ ਉਹਦੀ ਉਦੋਂ ਹੀ ਮੌਤ ਹੋ ਜਾਂਦੀ ਆ, ਇਸੇ ਪ੍ਰਕਾਰ ਇਹ ਤੀਰ ਜਦੋਂ ਕਿਸੇ ਦੇ ਜਾ ਕੇ ਲੱਗਦਾ ਤੇ ਉਹਦੀ ਉਦੋਂ ਹੀ ਉਹ ਮੌਤ ਹੋ ਜਾਂਦੀ। ਗੱਲਾਂ ਕਹਿ ਲੈਣੀਆਂ ਬਹੁਤ ਸੌਖੀਆਂ ਕਿ ਬਾਬਾ ਦੀਪ ਸਿੰਘ ਨੇ ਜੰਗ ਲੜਿਆ ਜੀ, ਉਹ ਆਪਣਾ ਸੀਸ ਹੱਥ ਤੇ ਰੱਖ ਕੇ ਤੁਰ ਪਿਆ ਜੀ, ਉਹ ਸ਼ਹੀਦ ਹੋ ਗਿਆ। ਪਰ ਵਾਹਿਗੁਰੂ ਜੰਗ ਦਾ ਤੇ ਨਾਂ ਹੀ ਬਹੁਤ ਭਿਆਨਕ ਹੈ। ਤੇ ਯੁੱਧ ਦੇ ਜਦੋਂ ਆਪਾਂ ਸ਼ਸਤਰਾਂ ਬਾਰੇ ਪੜ੍ਹਦੇਗਾ ਇਹ ਤਾਂ ਹੋਰ ਵੀ ਅੱਗੇ ਨਿਕਲਦਾ ਵਾ। ਭਾਈ ਸਾਹਿਬ ਦਾ ਪਿਆਰਾ ਬਚਨ ਕੇ ਕਹਿੰਦੇ ਇੰਨੇ ਤੀਰ ਭਿਆਨਕ ਕਿ ਜਦੋਂ ਕਿਸੇ ਦੇ ਸਰੀਰ ਨੂੰ ਜਾ ਕੇ ਲੱਗਦੇ ਨੇ, ਉਹਦੇ ਸਰੀਰ ਨੂੰ ਚੂਰ ਕਰ ਦਿੰਦੇ ਤੇ ਉਸ ਬੰਦੇ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ। ਹੁਣ ਅਗਲਾ ਬਚਨ ਉਹਨਾਂ ਵਰਤਿਆ ਚਲੰਤ ਲੋਹ ਦੰਡ ਚੰਡ। ਵੇਖੋ ਐਸਾ ਬਚਨ ਜਿਹੜਾ ਹੈ ਨਾ, ਇਹ ਪਹਿਲੀ ਵਾਰ ਇਸ ਜੰਗ ਵਿੱਚੋਂ ਪੜਨ ਵਾਸਤੇ ਮਿਲਿਆ ਹੈ। ਚਲੋ ਕਵੀ ਜੀ ਨੇ ਅੱਗੇ ਜਾ ਕੇ ਫਿਰ ਉਹਤੇ ਜ਼ਿਕਰ ਕੀਤਾ, ਪਰ ਇੱਥੇ ਵੀ ਇਹਨੂੰ ਸਮਝਣਾ, ਕਵੀ ਜੀ ਲਿਖਦੇ ਗਨ ਕਿ ਉਸ ਜੰਗ ਦੇ ਅੰਦਰ ਜਿੱਥੇ ਲੋਹਾ ਚੱਲਦਾ ਪਿਆ ਕੇ, ਇਹ ਤੇ ਸਿੰਘਾਂ ਦੇ ਅੰਦਰ ਇਹਨਾਂ ਆਪਣੇ ਦਰਬਾਰ ਸਾਹਿਬ ਵਾਸਤੇ ਪਿਆਰ ਸੀ, ਇਸ ਜੰਗ ਦੇ ਅੰਦਰ ਡਾਂਗਾਂ ਵੀ ਚੱਲਦੀਆਂ ਪਈਆਂ। ਹੋ ਸਕਦਾ ਕੋਈ ਆਪਣੇ ਘਰ ਅੰਦਰੋਂ ਤੁਰਿਆ ਤੇ ਉਹਨੂੰ ਕੋਈ ਹੋਰ ਸ਼ਸਤਰ ਨਹੀਂ ਮਿਲਿਆ ਤੇ ਉਹਦੇ ਹੱਥ ਵਿੱਚ ਡਾਂਗ ਆ ਗਈ, ਪਰ ਆਪਣਾ ਗੁਰੂ ਘਰ ਤੇ ਆਜ਼ਾਦ ਕਰਾਉਣਾ ਹੀ ਹੈ ਨਾ। ਇਸ ਪ੍ਰਕਾਰ ਕਵੀ ਜੀ ਲਿਖਦੇ ਗਨ ਕਿ ਗੁਰਸੰਗਤ ਦੀ ਉਸ ਜਗ੍ਹਾ ਦੇ ਉੱਪਰ ਡੰਡੇ ਵੀ ਚੱਲਦੇ ਪਏ ਆ, ਪਰ ਇਹ ਯਾਦ ਰੱਖੋ ਕਹਿੰਦੇ ਇਹ ਡੰਡੇ, ਇਹ ਡਾਂਗਾਂ ਜਿਹੜੀਆਂ ਸਿੱਖਾਂ ਨੇ ਆਪਣੇ ਹੱਥਾਂ 'ਚ ਬੜੀਆਂ ਨੇ, ਇਹ ਡਾਂਗਾਂ ਜਿਹੜੀਆਂ ਇਹ ਜਮਦੂਤਾਂ ਤੋਂ ਵੀ ਭੈੜੀਆਂ। ਹੋ ਸਕਦਾ ਜਮਦੂਤ ਦੇ ਸਾਹਮਣੇ ਤੇ ਕੋਈ ਬੰਦਾ ਆ ਜਾਏ ਤੇ ਉਹ ਬਖਸ਼ ਦੇ, ਲੇਕਿਨ ਜਿਹੜੇ ਗੁਰੂ ਘਰ ਦੀ ਬੇਅਦਬੀ ਕਰਦੇ ਸਨ, ਜਦੋਂ ਸਿੱਖਾਂ ਦੀ ਡਾਂਗ ਦੇ ਸਾਹਮਣੇ ਆਏ, ਉਹ ਨਹੀਂ ਜੇ ਬਖਸ਼ੇ ਜਾ ਰਹੇ। ਅਸੀਂ ਬਹੁਤ ਵਾਰ ਬੇਨਤੀ ਕੀਤੀ, ਆਪਾਂ ਕਹਿੰਦੇ ਵੀ ਚਲੋ ਬੰਦੇ ਨੇ ਗਲਤੀ ਕੀਤੀ ਜੀ, ਮਾਫੀ ਮੰਗ ਲਈ, ਛੱਡ ਦੇਣਾ ਚਾਹੀਦਾ ਹੈ, ਲੇਕਿਨ ਭਾਈ ਸਾਹਿਬ ਜੀ ਕਹਿੰਦੇ ਨਹੀਂ, ਜਿਹੜਾ ਬੇਅਦਬੀ ਕੀਤੀ ਨਾ, ਉਹ ਸਿੰਘਾਂ ਦੀ ਡਾਂਗ ਤੋਂ ਬਚਿਆ ਨਹੀਂ। ਫਿਰ ਕਵੀ ਜੀ ਕਹਿੰਦੇ ਉਹ ਡਾਂਗ ਐਸੀ ਚੱਲਦੀ ਗਏ
ਕਿ ਉਹ ਡਾਂਗ ਜਿਹੜੀ ਗਏ ਉਹ ਜਮਦੂਤ ਤੋਂ ਵੀ ਭੈੜੀ ਗਏ ਜੀ। ਹੁਣ ਅੱਗੇ ਭਾਈ ਸਾਹਿਬ ਦਾ ਪਿਆਰਾ ਬਚਨ ਕਿ ਗੁਲੇਲ ਸੇ ਲਗੋਪਨ ਆਰੋਪਨ ਨਾ ਸੋਪਰੇ। ਕਹਿੰਦੇ ਨੇ ਕਿ ਜਿਹੜੇ ਬਰਸ਼ੇ ਆ ਨਾ, ਬਰਸ਼ੇ ਇਹ ਗੁਰ ਸੰਗਤ ਜੀ ਇੱਕ ਦੂਜੇ ਵੱਲ ਮਾਰੇ ਜਾ ਰਹੇ, ਇੱਕ ਦੂਜੇ ਤੇ ਬਰਸ਼ਿਆਂ ਦੇ ਨਾਲ ਬਹੁਤ ਜ਼ਿਆਦਾ ਵਾਰ ਕੀਤੇ ਜਾ ਰਹੇ ਹਨ। ਹੁਣ ਅਗਲਾ ਬਚਨ ਫਿਰ ਸਮਝੋ, ਕਹਿੰਦੇ ਤਰਜ ਗੱਜ ਕੇ ਸੂਰਮੇ ਬਹੁਤ ਜ਼ਿਆਦੇ ਗੱਜ ਗੱਜ ਕੇ। ਐਵੇਂ ਲੁਕ ਛਿਪ ਕੇ ਵਾਰ ਥੋੜਾ ਕਰਦੇ ਪਏ ਆ ਵੀ ਉਹਨੇ ਪਰੇ ਨੂੰ ਮੂੰਹ ਕੀਤਾ ਤੇ ਮੈਂ ਵਾਰ ਕਰਦਿਆਂ, ਗਰਜ ਕੇ ਵਾਦ ਕਰਦੇ, ਗੱਜ ਕੇ ਅਗਲੇ ਨੂੰ ਲਲਕਾਰ ਕੇ ਵਾਰ ਕਰਦੇ ਆ। ਫਿਰ ਕਹਿੰਦੇ ਨੇ ਗੁਰਜ ਤਜ ਚੂਰਣੰ ਕਰੇ ਕਿ ਗੁਰ ਸੰਗਤ ਜੀ ਉਹਨਾਂ ਦੇ ਕੋਲ ਗੁਰਜ ਵੀ ਨੇ, ਸਿੱਖਾਂ ਦੇ ਕੋਲ ਵੀ ਤੇ ਦੁਸ਼ਮਣ ਦੇ ਦਲਾਂ ਕੋਲ ਵੀ। ਚਲੋ ਗੁਰਜ ਨੂੰ ਭਾਵੇਂ ਲੋਕਾਂ ਨੇ ਕਿਸੇ ਇੱਕ ਵਿਸ਼ੇਸ਼ ਧਰਮ ਨਾਲ ਜੋੜ ਦਿੱਤਾ ਗਿਆ, ਪਰ ਅਸਲ ਵਿੱਚ ਗਏ ਤਾਂ ਉਹ ਸ਼ਸਤਰ ਆਣਾ, ਤੇ ਸ਼ਸਤਰ ਤੇ ਕੋਈ ਵੀ ਰੱਖ ਸਕਦਾ ਹੈ। ਇਸ ਪ੍ਰਕਾਰ ਭਾਈ ਸਾਹਿਬ ਨੇ ਪਿਆਰਾ ਬਤ ਲਿਖਿਆ ਕਿ ਉਹਨਾਂ ਦੇ ਕੋਲ ਗੁਰਜ ਨੇ, ਸਿੱਖਾਂ ਦੇ ਕੋਲ, ਦੁਸ਼ਮਣ ਦੇ ਦਲਾਂ ਕੋਲ ਵੀ, ਤੇ ਗੱਜ ਗੱਜ ਕੇ ਇੱਕ ਦੂਜੇ ਤੇ ਵਾਰ ਕਰਦੇ ਪਏ ਆ। ਜਿਸ ਬੰਦੇ ਦੇ ਜਾ ਕੇ ਸਿਰ ਵਿੱਚ ਗੁਰਜ ਪੈਂਦਾ ਕਿ ਉਹਦਾ ਚੂਰਮਾ ਬਣਾ ਕੇ ਰੱਖ ਦਿੰਦੇ, ਉਹਨੂੰ ਫੇਹ ਕੇ ਰੱਖ ਦਿੰਦੇ, ਉਹਦਾ ਮਲੀਆ ਮੇਟ ਕਰ ਦਿੰਦੇ ਨੇ। ਜਿਸ ਬੰਦੇ ਤੇ ਜਾ ਕੇ ਗੁਰਜ ਵੱਜਦੀ ਗਏ ਉਸ ਦੀ ਜ਼ਿੰਦਗੀ ਦੀ ਸਮਾਪਤੀ ਹੋ ਜਾਂਦੀ ਗਏ। ਹੁਣ ਅਗਲਾ ਬਚਨ ਫਿਰ ਉਹਨਾਂ ਵਰਤਿਆ ਫਤਿਹ ਕੁਮੈਤ ਪੇਲਗੀ। ਚਲੋ ਪੇਲਗੀ ਦਾ ਅਖਰੀ ਅਰਥ ਕੁਛ ਵਿਦਵਾਨਾਂ ਨੇ ਜਿਹੜਾ ਕਿ ਵਾਹਿਗੁਰੂ ਜੀ ਉਹ ਡੰਡਾ ਕੀਤਾ ਕਿ, ਡਾਂਗ ਕੀਤਾ ਕਿ, ਲੇਕਿਨ ਕੁਛ ਵਿਦਵਾਨਾਂ ਨੇ ਪੇਲਗੀ ਦਾ ਅਰਥ ਜਿਹੜਾ ਕਿ ਉਹ ਕੁਹਾੜਾ ਕੀਤਾ ਕਿ। ਕਈਆਂ ਨੇ ਇਹਦਾ ਅਰਥ ਡਾਂਗ ਕੀਤਾ ਵੀ ਡੰਡੇ ਨੇ ਉਹਨਾਂ ਦੇ ਕੋਲ, ਕਈਆਂ ਨੇ ਗੁਰ ਸੰਗਤ ਜੀ ਇਹਦਾ ਅਰਥ ਕੁਹਾੜਾ ਕੀਤਾ ਕਿ। ਇੱਥੇ ਕਵੀ ਜੀ ਲਿਖਦੇ ਹਨ ਕਿ ਉਸ ਜਗ੍ਹਾ ਦੇ ਉੱਪਰ ਬਹੁਤ ਜ਼ਿਆਦੀਆਂ ਡਾਂਗਾਂ ਵੀ ਚੱਲਦੀਆਂ ਪਈਆਂ ਨੇ, ਤੇ ਆਪੋ ਆਪਣੇ ਦੁਸ਼ਮਣਾਂ ਨੂੰ ਪਿੱਛੇ ਧੱਕਦੇ ਹੋਏ ਗੁਰ ਸੰਗਤ ਜੀ ਸਿੱਖ ਆਪਣੇ ਦੁਸ਼ਮਣਾਂ ਦੇ ਅੰਦਰ ਵੜਨ ਦਾ ਯਤਨ ਕਰਦੇ ਹਨ। ਭਾਵੇਂ ਦੁਸ਼ਮਣ ਅੱਗੋਂ ਬੜੀ ਗੁਰ ਸੰਗਤ ਜੀ ਚੜ੍ਹਦੀ ਕਲਾ ਦੇ ਨਾਲ ਜੰਗ ਲੜਦਾ ਪਿਆ, ਬੜੀ ਬਹਾਦਰੀ ਦੇ ਨਾਲ, ਪਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਅੰਦਰ ਜਿਹੜੇ ਸਿੰਘ ਸੂਰਮੇ ਆ ਨਾ, ਉਹ ਆਪਣਾ ਇੱਕ ਪੈਰ ਵੀ ਪਿੱਛੇ ਰੱਖਣ ਵਾਸਤੇ ਤਿਆਰ ਨਹੀਂ। ਜਿਹੜੀ ਜਗ੍ਹਾ ਤੇ ਇੱਕ ਵਾਰ ਪੈਰ ਰੱਖਿਆ ਗਿਆ ਨਾ, ਤੇ ਦੁਸ਼ਮਣ ਦਲ ਦੇ ਸਿਪਾਹੀ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਮਰ ਗਏ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਗਵਾਈ ਵਿੱਚ ਆਏ ਹੋਏ ਸਿੰਘਾਂ ਨੂੰ ਪਛਾਣ ਧੱਕ ਦਈਏ, ਲੇਕਿਨ ਸਿੰਘਾਂ ਨੇ ਆਪਣਾ ਇੱਕ ਵੀ ਪੈਰ ਪਿੱਛੇ ਨਹੀਂ ਕੀਤਾ, ਇੱਕ ਵੀ ਪੈਰ ਗੁਰ ਸੰਗਤ ਦੀ ਉਹਨਾਂ ਨੇ ਪਿੱਛੇ ਨਹੀਂ ਕੀਤਾ ਜੀ। ਬਡੰਤ ਜਾਤ ਅਗਰੈ, ਗੁਰੂ ਘਰ ਦੇ ਸਿੱਖ ਸੂਰਮੇ ਜਿਹੜੇ ਆ ਉਹ ਜੰਗ ਲੜਦੇ ਲੜਦੇ ਵਾਹਿਗੁਰੂ ਜੀ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਆ। ਤੇ ਨਾਲ ਕਵੀ ਜੀ ਲਿਖਦੇ ਨੇ ਸਮਗਰ ਹੈ ਸ਼ਹੂਰ ਮੈਂ, ਸ਼ਹੂਰ ਦਾ ਅਖਰੀ ਅਰਥ ਕੇ ਸਿਆਣਪ। ਕਹਿੰਦੇ ਨੇ ਐਵੇਂ ਲਾਲਾ ਲਾਲਾ ਕਰਕੇ ਥੋੜਾ ਅੱਗੇ ਵੱਧਦੇ ਪਏ ਆ ਵੀ ਮਾਰ ਲਓ ਤੇ ਉਹ ਕਰ ਦਿਓ। ਜਿਵੇਂ ਗੁਰ ਸੰਗਤ ਜੀ ਇੱਕ ਫੌਜ ਦੀ ਤਿਆਰੀ ਹੁੰਦੀ ਆ, ਬੜੀ ਸਿਆਣਪ ਦੇ ਨਾਲ, ਬੜੇ ਤਰੀਕੇ ਦੇ ਨਾਲ ਅੱਗੇ ਵੱਧਦੇ ਪਏ ਆ। ਇਸੇ ਪ੍ਰਕਾਰ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਨਾਲ ਦੇ ਸਿੱਖ ਜਿਹੜੇ ਆ ਉਹ ਦੁਸ਼ਮਣ ਨੂੰ ਲਲਕਾਰਦੇ, ਦੁਸ਼ਮਣ ਨੂੰ ਵੰਗਾਰਦੇ, ਦੁਸ਼ਮਣ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰਦੇ ਹੋਏ ਗੁਰ ਸੰਗਤ ਦੀ ਬੜੀ ਸਿਆਣਪ ਦੇ ਨਾਲ ਅੱਗੇ ਤੋਂ ਅੱਗੇ ਤੁਰੇ ਜਾ ਰਹੇ ਆ, ਬੜੀ ਸਿਆਣਪ ਦੇ ਨਾਲ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਹਨ। ਪਰ ਇਹ ਚੇਤਾ ਰੱਖਣਾ ਕਿ ਉਹ ਆਪਣੇ ਸਾਹਮਣੇ, ਆਪਣੇ ਮੂੰਹਾਂ ਦੇ ਉੱਪਰ ਗੁਰ ਸੰਗਤ ਜੀ ਤੇਗਾਂ ਦੇ, ਇਸੇ ਪ੍ਰਕਾਰ ਵਰਸ਼ਿਆਂ ਤੇ ਢਾਲਾਂ ਦੇ ਵਾਰ ਵੀ ਸਗਾਰਦੇ ਪਏ, ਦੇ ਜੰਗ ਵਿੱਚ ਅੱਗੇ ਵਧਦੇ ਪਏ ਆ ਨਾ। ਕਦੇ ਕਿਸੇ ਦੁਸ਼ਮਣ ਦੀ ਤੇਗ ਵੱਜਦੀ ਤੇ ਉਹ ਕਿਸੇ ਸਿੱਖ ਨੂੰ ਜ਼ਖਮੀ ਕਰਦੀ ਗਏ, ਕਦੇ ਕਿਸੇ ਦਾ ਵਰਸ਼ਾ ਵੱਜ ਕੇ ਜ਼ਖਮੀ ਕਰਦਾ, ਕੋਈ ਢਾਲ ਨਾਲ ਹੱਲਾ ਬੋਲਦਾ। ਇਸ ਪ੍ਰਕਾਰ ਉਹ ਸਾਹਮਣੇ ਹੁੰਦੇ ਕੋਈ ਵਾਰ ਭਾਵੇਂ ਤੇਗਾਂ ਦੇ ਨੇ, ਵਰਸ਼ਿਆਂ ਦੇ ਨੇ, ਢਾਲਾਂ ਦੇ ਨੇ, ਗੁਰ ਸੰਗਤ ਦੀ ਉਹਨਾਂ ਸਭਨਾ ਵਾਰਾਂ ਨੂੰ ਉਹ ਆਪਣੇ ਮੁਖੜੇ ਤੇ ਸਹਾਰਦੇ ਪਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਇੱਕ ਇੱਕ ਸਿੰਘ ਸੂਰਮਾ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਵਿੱਚ ਲੜਦਾ ਪਿਆ ਕਿ ਉਹ ਬਹੁਤ ਜ਼ਿਆਦੇ ਦੁਸ਼ਮਣਾਂ ਦੇ ਨਾਲ ਕੱਲਾ ਕੱਲਾ ਸਿੰਘ ਹੀ ਲੜਦਾ ਪਿਆ। ਜੁਝੰਤ ਸਿੰਘ ਇੱਕ ਛਤਰੂ ਵਿਸਾਲ ਪਏ,
ਇੱਕ ਇੱਕ ਸਿੰਘ ਸੂਰਮਾ ਜਿਹੜਾ ਕਿ ਉਹ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਦੇ ਵਿੱਚ ਗੁਰਮੁਖ ਜਣੋ ਦੁਸ਼ਮਣ ਦਲਾਂ ਦੇ ਉੱਪਰ ਭਾਰੀ ਪੈਂਦਾ ਪਿਆ ਵਾ। ਦੁਸ਼ਮਣ ਦਲਾਂ ਦੇ ਉੱਪਰ ਬਹੁਤ ਜ਼ਿਆਦਾ ਭਾਰੀ ਪੈਂਦਾ ਪਿਆ ਕਿ ਹੁਣ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਉਣਾ। ਕਹਿੰਦੇ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸੂਰਮੇ ਗਏ ਆ ਨਾ, ਜਦੋਂ ਉਹਨਾਂ ਸੂਰਮਿਆਂ ਦੇ ਸਰੀਰਾਂ ਦੇ ਇੰਨੇ ਨਿੱਕੇ ਨਿੱਕੇ ਟੁਕੜੇ ਹੋ ਜਾਂਦੇ ਆ, 4-4 ਉਂਗਲਾਂ, ਜਿਵੇਂ ਆਪਾਂ ਕਹਿੰਦੇ ਵੀ ਉਹਨੂੰ ਜੇ ਕਿਤੇ ਦਾਤ ਥੱਲੇ ਆ ਗਿਆ ਤੇ ਵੱਢ ਕੇ ਨਿੱਕਾ ਨਿੱਕਾ ਕਰ ਦਿਆਂਗੇ। ਇਸੇ ਪ੍ਰਕਾਰ ਕਵੀ ਜੀ ਲਿਖਦੇ ਨੇ, ਸੋ 4-4 ਉਂਗਲਾਂ ਭਵੰਤ ਦੇਹੇ ਹੈ ਜਬੇ। ਜਿੰਨਾ ਚਿਰ ਸਿੱਖਾਂ ਦੇ, ਜਦੋਂ ਸਿੱਖਾਂ ਦੇ ਸਰੀਰਾਂ ਦੇ ਨਿੱਕੇ ਨਿੱਕੇ ਟੁਕੜੇ ਹੋ ਜਾਂਦੇ ਆ, 4-4 ਉਂਗਲਾਂ, ਪੋਟਾ ਪੋਟਾ ਵੱਢਿਆ ਜਾਂਦਾ ਹੈ ਜੀ, ਜਦੋਂ ਉਹਨਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਹੋ ਜਾਂਦੇ ਗਨ, ਉਸ ਵਕਤ ਹੀ ਸਿੱਖ ਧਰਤੀ ਤੇ ਡਿੱਗਦੇ ਆ। ਫਿਰ ਸਮਝਣਾ, ਕਹਿੰਦੇ ਸਰੀਰ ਤੇ ਜਿੰਨੇ ਮਰਜ਼ੀ ਜ਼ਖਮ ਲੱਗ ਗਏ ਤੇ ਦੁਸ਼ਮਣ ਦੇ ਦਲਾਂ ਨੇ ਜਿੰਨਾ ਮਰਜ਼ੀ ਰੋਕਣ ਦਾ ਯਤਨ ਕੀਤਾ, ਪਰ ਗੁਰੂ ਘਰ ਦੇ ਸਿੱਖ ਜਿਹੜੇ ਆ ਉਹ ਪਿੱਛੇ ਨਹੀਂ ਹਟਦੇ ਪਏ। ਸਿੱਖ ਉਦੋਂ ਧਰਤੀ ਤੇ ਡਿੱਗਦੇ ਨੇ ਜਦੋਂ ਉਹਨਾਂ ਦੇ ਸਰੀਰਾਂ ਦੇ ਨਿੱਕੇ ਨਿੱਕੇ ਟੁਕੜੇ ਹੋ ਗਏ, 4-4 ਉਂਗਲਾਂ ਡਿੱਗ ਪਏ। ਤੇ ਫਿਰ ਨਾਲ ਕਵੀ ਜੀ ਅੱਗੇ ਲਿਖਦੇ, ਡਿੱਗਣ ਲੱਗਿਆ ਵੀ ਸਿੱਖ ਜਿਹੜੇ ਆ ਉਹ ਪਛਾਣ ਨੂੰ ਨਹੀਂ ਡਿੱਗਦੇ, ਇੱਧਰ ਨੂੰ ਨਹੀਂ ਡਿੱਗਦੇ। ਯਾਦ ਰੱਖਣਾ, ਡਿੱਗਣ ਲੱਗਿਆ ਸੂਰਮੇ ਜਿਹੜੇ ਆ ਉਹ ਅਗਾਂਹ ਨੂੰ ਡਿੱਗਦੇ, ਅੱਗੇ ਨੂੰ ਡਿੱਗਦੇ। ਫਿਰ ਅੱਗੇ ਵਧਣੇ ਦੇ ਅਗਾਂਹੇ ਪੈਰ ਪਾ ਤਬੈ। ਡਿੱਗਣ ਲੱਗਿਆ ਵੀ ਸਿੱਖ ਸੂਰਮੇ ਦੇ ਅੰਦਰ ਇਹ ਪੁਰਣਾ ਪੈਦਾ ਹੁੰਦਾ ਵਾ ਵੀ ਜੇ ਮੇਰਾ ਪੈਰ 2 ਕਦਮ ਹੋਰ ਅੱਗੇ ਚਲਾ ਜਾਵੇ ਤੇ ਚੰਗੀ ਗੱਲ ਆ। ਗੁਰ ਸੰਗਤ ਜੀ, ਡਿੱਗਣ ਲੱਗਿਆ ਵੀ ਉਹ ਸੂਰਮੇ ਆਪਣੇ ਪੈਰ ਜਿਹੜੇ ਨੇ 2 ਕਦਮ ਹੋਰ ਅੱਗੇ ਖੜਦੇ ਗਨ। ਅੱਗੇ ਕਹਿੰਦੇ ਸ਼ਹੀਦ ਖਵਾਏ ਰਸੀਦ ਲਏ ਭਵਾਂ ਬੁਦੈ ਤੁਰੰਤ ਗਏ। ਰਸੀਦ ਦਾ ਅਰਥ ਤੇ ਆਪਾਂ ਜਾਣਦੇ ਆ ਨਾ, ਰਸੀਦ ਲੈਣੀ ਕਿਸੇ ਚੀਜ਼ ਦੀ, ਆਪਾਂ ਕਹਿੰਦੇ ਰਸੀਦ ਲੈ ਲਈ ਹੈ। ਚਲੋ ਆਪ ਦੀ ਜਾਣਦੇ ਹੋ, ਥੋੜਾ ਜਿਹਾ ਮੈਨੂੰ ਹੋਰ ਵਿਸਥਾਰ ਨਾਲ ਕਰਦੇ ਆ, ਕਿਉਂਕਿ ਜਿੰਨੀ ਵੀ ਅੱਜ ਕਥਾ ਹੋ ਜਾਏਗੀ ਆਪਾਂ ਅੱਜ ਕਰ ਲਾਂਗੇ, ਜਿਹੜਾ ਪ੍ਰਸੰਗ ਰਹਿ ਗਿਆ ਵਾਹਿਗੁਰੂ ਕਿਰਪਾ ਕਰੇ ਉਹ ਕੱਲ ਹੋ ਜਾਏਗਾ। ਪਰ ਥੋੜਾ ਜਿਹਾ ਵਿਸਥਾਰ ਤਾਂ। ਰਸੀਦ ਇੱਕ ਸ਼ਬਦ ਕਿ ਗੇਟ ਪਾਸ, ਇਹ ਆਪ ਦੀ ਜਾਣਦੇ ਹੋਵੋਗੇ। ਜਦੋਂ ਕਿਸੇ ਜਗ੍ਹਾ ਤੋਂ ਟਰੱਕ ਚੱਲਦਾ ਏ ਤੇ ਉਹਨੇ ਕਿਸੇ ਜਗ੍ਹਾ ਤੇ ਜਾ ਕੇ ਸਮਾਨ, ਉਹਨੂੰ ਇੱਕ ਰਸੀਦ ਦਿੱਤੀ ਜਾਂਦੀ ਆ, ਇਹਨੂੰ ਗੇਟ ਪਾਸ ਕਿਹਾ ਜਾਂਦਾ। ਵੀ ਰਸੀਦ ਦੇ ਦਿੱਤੀ, ਇਹਦਾ ਸਮਾਨ ਹੋ ਕੇ ਇਹਨੂੰ ਗੇਟ ਤੋਂ ਲੰਘਾ ਦਿੱਤਾ ਜਾਏ, ਉਹਨੂੰ ਕਹਿੰਦੇ ਗੇਟ ਪਾਸ, ਗੇਟ ਤੋਂ ਪਾਸ ਕਰਨ ਵਾਲੀ। ਇਸੇ ਪ੍ਰਕਾਰ ਭਾਈ ਜੀ ਨੇ ਪਿਆਰਾ ਬਚਨ ਲਿਖਿਆ ਹੈ, ਕਹਿੰਦੇ ਇਹ ਗੱਲ ਯਾਦ ਰੱਖੋ, ਜਿਹੜਾ ਸਿੱਖ ਸ਼ਹੀਦ ਹੋ ਜਾਂਦਾ ਗੇ ਉਹਦੇ ਕੋਲ ਤੁਸੀਂ ਮੰਨ ਲਓ ਕਿ ਸ਼ਹੀਦੀ ਦੀ ਰਸੀਦ ਆ ਜਾਂਦੀ, ਉਹਦੇ ਕੋਲ ਗੇਟ ਪਾਸ ਆ ਜਾਂਦਾ ਹੋ ਜਾਂਦਾ ਹੈ। ਤੇ ਯਾਦ ਰੱਖਣਾ, ਸ਼ਹੀਦ ਦਾ ਰੁਤਬਾ ਏਡਾ ਉੱਚਾ ਗਿਆ ਕਿ ਸ਼ਹੀਦ ਨੂੰ ਰਾਜ ਕਿਤੇ ਨਹੀਂ ਰੋਕਿਆ। ਉਹਦੇ ਵਾਅਦੇ ਤੇ ਸੱਚਖੰਡ ਦੇ ਬੂਹੇ ਖੁੱਲ ਜਾਂਦੇ ਆ ਜੀ। ਸ਼ਹੀਦ ਦਾ ਰੁਤਬਾ ਏਡਾ ਉੱਚਾ ਗਿਆ, ਜਿਹੜਾ ਸ਼ਹੀਦ ਹੋ ਗਿਆ ਉਹਨੇ ਚੰਗੇ ਕੀਤੇ ਮਾੜੇ ਕੀਤੇ, ਉਹਦੇ ਕਰਮਾਂ ਦਾ ਲੇਖਾ ਹੀ ਖਤਮ ਹੋ ਜਾਂਦਾ ਹੈ। ਉਹਦੇ ਕੋਲ ਸ਼ਹੀਦੀ ਦੀ ਰਸੀਦ ਜੋ ਆ ਗਈ, ਉਹ ਸਿੱਧਾ ਸੱਚਖੰਡ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਜਾਂਦਾ ਹੈ। ਇਸੇ ਪ੍ਰਕਾਰ ਇੱਥੇ ਗਿਆਨੀ ਜੀ ਲਿਖਦੇ ਨੇ, ਸ਼ਹੀਦ ਖਵੈ ਰਸੀਦ ਲੈ ਭਵਾਂ ਬੁੱਧਾ ਤੁਰੰਤ ਹੈ। ਕਹਿੰਦੇ ਨੇ ਯਾਦ ਰੱਖੋ, ਉਹ ਸ਼ਹੀਦ ਹੋ ਲੈਂਦੇ ਨੇ, ਰਸੀਦ ਲੈ ਲੈਂਦੇ ਸ਼ਹੀਦੀ ਦੀ। ਤੇ ਜਦੋਂ ਕੋਈ ਸਿੱਖ ਸ਼ਹੀਦ ਹੁੰਦਾ ਕਿ ਉਹ ਭਵ ਸਾਗਰ ਨੂੰ ਤਰ ਜਾਂਦਾ ਗੇ, ਭਵ ਸਮੁੰਦਰ ਤੋਂ ਉਸੇ ਵੇਲੇ ਪਾਰ ਹੋ ਜਾਂਦਾ ਕਿ। ਹੁਣ ਅਗਲਾ ਬਚਨ ਵਰਤਿਆ, ਕਹਿੰਦੇ ਇੱਛ ਭੋਗ ਜੋ ਮਰੇ ਸੁਰਾਂਗਨਾ ਬਰੰਤ ਕੇ। ਕਈਆਂ ਦੇ ਅੰਦਰ ਕੋਈ ਦੁਨਿਆਵੀ ਇੱਛਾ ਵੀ, ਮਤਲਬ ਲੜਦੇ ਲੜਦੇ ਸ਼ਹੀਦ ਹੁੰਦੇ ਆ ਤੇ ਮਨ ਅੰਦਰ ਫੁਰਨਾ ਪੈਦਾ ਹੁੰਦਾ ਹੈ ਵੀ ਵਾਹਿਗੁਰੂ ਕਿਰਪਾ ਕਰੇ ਮੈਨੂੰ ਆਹ ਦਾਤ ਮਿਲ ਜਾਏ, ਮੈਂ ਰਾਜ ਭਾਗ ਲੈਣਾ। ਬੰਦਾ ਘਰੋਂ ਤੁਰਿਆ ਵੀ ਚਲੋ ਜੰਗ ਲੜਦੇ ਆ, ਗੁਰੂ ਘਰ ਦੀ ਸੇਵਾ, ਗੁਰੂ ਬਖਸ਼ਿਸ਼ਾਂ ਦੇਗਾ। ਕਹਿੰਦੇ ਜਿਹੜੇ ਕਿਸੇ ਇੱਛਾ ਨੂੰ ਲੈ ਕੇ ਜੰਗ ਲੜਦੇ ਸ਼ਹੀਦ ਵੀ ਹੋ ਗਏ, ਪਰਮਾਤਮਾ ਨੇ ਕਿਰਪਾ ਕੀਤੀ, ਉਹਨਾਂ ਦੀ ਇੱਛਾ ਪੂਰਤੀ ਵਾਸਤੇ ਉਹਨਾਂ ਨੂੰ ਅਗਲਾ ਜਨਮ ਵੀ ਦਿੱਤਾ ਗਿਆ। ਪਰਮਾਤਮਾ ਨੇ ਉਹਨਾਂ ਦੀ ਇੱਛਾ ਪੂਰਤੀ ਵਾਸਤੇ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕੀਤੀਆਂ ਗਨ। ਅੱਗੇ ਕਹਿੰਦੇ ਸ਼ਹੀਦ ਦੀਪ ਸਿੰਘ ਜੋ ਮਹੀਪ ਪੰਥ ਮੈਂ ਤਾਹਾਂ। ਯਾਦ ਰੱਖਣਾ, ਮਹੀਪ ਦਾ ਆਖਰੀ ਅਰਥ ਹੈ ਰਾਜਾ। ਮਹੀਪ ਬਾਣੀ 'ਚ ਵੀ ਜਿੱਥੇ ਆਵੇ ਨਾ ਇਹਦਾ ਅਰਥ ਰਾਜਾ ਹੁੰਦਾ ਹੈ, ਮਹੀਪ ਰਾਜਾ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਸੀ, ਹੁਣ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਆਪਾਂ ਉਹਨਾਂ ਦੇ ਸਾਲਾਨਾ ਜੋੜ ਮੇਲੇ ਤੇ ਇਹ ਵੀ ਵਿਚਾਰਾਂਗੇ ਜਦੋਂ ਜਨਵਰੀ 'ਚ ਆਉਣਾ ਹੈ।
ਕਿ ਬਾਬਾ ਦੀਪ ਸਿੰਘ ਸਾਹਿਬ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਕਿੱਥੇ ਮਿਲਿਆ ਤੇ ਕਿਹਨੇ ਦਿੱਤਾ। ਇਹ ਸਾਰੀਆਂ ਲਿਖਤਾਂ ਸਾਡੇ ਕੋਲ ਸਾਂਭੀਆਂ ਪਈਆਂ ਨੇ। ਬਸ ਇੰਨਾ ਵਾ ਵੀ ਸੰਗਤ ਥੋੜੀ ਜੀ ਨਾਲ ਕਿਰਪਾ ਕਰਕੇ ਆਪਣਾ ਧਿਆਨ ਦੇਵੇ। ਮੈਨੂੰ ਬੜੀ ਆਸ ਸੀ ਵੀ ਇੱਕ ਦਿਨ ਅਸੀਂ ਪ੍ਰਸੰਗ ਕੀਤਾ, ਹੁਣ ਅਗਾਂਹ ਸੁਣਨ ਵਾਸਤੇ ਘੱਟੋ ਘੱਟ ਅੱਧਾ ਪਿੰਡ ਤਾਂ ਆਊਗਾ ਨਾ ਵੀ ਬਾਬਾ ਸਾਡੇ ਪਿੰਡ ਦੀ ਕਥਾ ਹੋਣ ਲੱਗੀ ਹੈ, ਪਰ ਗੁਸਤਾਖੀ ਦੀ ਕਿਵੇਂ ਐਸਾ ਹੋਇਆ ਨਹੀਂਗਾ। ਤੁਸੀਂ ਬਾਹਰ ਜਾ ਕੇ ਵੇਖ ਲਓ, ਲੋਕ ਮੋੜਾਂ ਤੇ ਬਹਿ ਕੇ ਤਾਸ਼ਾਂ ਤਾਂ ਖੇਡਦੇ ਹੋਣਗੇ, ਇੱਕ ਦੂਜੇ ਦੀਆਂ ਗੱਲਾਂ ਤਾਂ ਕਰਦੇ ਹੋਣਗੇ। ਜਿਸ ਮਹਾਂਪੁਰਖ ਦਾ ਸਾਡੇ ਪਿੰਡ 'ਚ ਜਨਮ ਹੋਇਆ ਤੇ ਸਾਡੇ ਪਿੰਡ 'ਚ ਕਥਾ ਹੋ ਰਹੀ ਹੁੰਦੀ, ਜੇ ਅਸੀਂ ਨਹੀਂ ਸੁਣਨ ਵਾਸਤੇ ਆਵਾਂਗੇ ਕੌਣ ਆਵੇਗਾ। ਉਦਾਂ ਅਸੀਂ ਕਹਿੰਦੇ ਆ ਵੀ ਬਾਬਾ ਦੀਪ ਸਿੰਘ ਤਾਂ ਸਾਡਾ ਹੈ ਜੀ, ਪਰ ਕਰੀਏ ਕਿ ਸਾਡਾ ਤਾਂ ਬਣੇ ਜੇ ਅਸੀਂ ਵੀ ਉਹਦੇ ਬਣੀਏ। ਤੇ ਭਾਈ ਸਾਹਿਬ ਦਾ ਪਿਆਰਾ ਬਤਨਗੇ ਕਹਿੰਦੇ ਨੇ, ਸ਼ਹੀਦ ਦੀਪ ਸਿੰਘ ਜੋ ਮਹੀਪ ਪੰਥ ਮੈਂ ਤਖਾਂ। ਗਿਆਨੀ ਗਿਆਨ ਸਿੰਘ ਜੀ ਲਿਖਦੇ ਵੀ ਜਿਹੜਾ ਉਥੇ ਜੰਗ ਹੁੰਦਾ ਪਿਆ ਵਾ ਨਾ, ਇਸ ਜੰਗ ਦਾ ਰਾਜਾ ਜਿਹੜਾ ਕਿ ਉਹ ਸ਼ਹੀਦ ਦੀਪ ਸਿੰਘ ਹੈ, ਉਹਨੂੰ ਜਿੰਦਾ ਸ਼ਹੀਦ ਕਹਿੰਦੇ। ਬਾਬਾ ਸਾਹਿਬ ਜੀ ਸਰੀਰ ਕਰਕੇ ਖਾਦਰ ਸਨ ਜਦੋਂ ਉਹਨਾਂ ਨੂੰ ਸ਼ਹੀਦ ਕਹਿਣ ਲੱਗ ਪਏ ਸਨ। ਦੱਸੂਗਾ ਕਿਹੜੀ ਕੁਰਬਾਨੀ ਘੱਟ ਉਸ ਮਹਾਂਪੁਰਖ ਦੀ, ਉਹ ਸਰੀਰ ਕਰਕੇ ਹਾਜ਼ਰ ਸਨ, ਉਦੋਂ ਵੀ ਸ਼ਹੀਦ ਕਿਹਾ ਜਾਂਦਾ ਸੀ ਉਹਨਾਂ ਨੂੰ। ਜਿੰਦਾ ਸ਼ਹੀਦ ਦਾ ਖਿਤਾਬ ਬਾਬਾ ਕੌਮ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਦਿੱਤਾ ਉਹਨਾਂ ਨੂੰ। ਇਸ ਪ੍ਰਕਾਰ ਕਵੀ ਦੀ ਲਿਖਦੇ ਆ ਵੀ ਇਸ ਪਾਸਿਓਂ ਇਸ ਜੰਗ ਦਾ ਰਾਜਾ ਜਿਹੜਾ ਕਿ ਉਹ ਦੀਪ ਸਿੰਘ ਸ਼ਹੀਦ ਹੈ। ਦੀਪ ਸਿੰਘ ਸ਼ਹੀਦ ਉਸ ਵਕਤ ਸਿੱਖਾਂ ਦਾ ਰਾਜਾ ਹੈ। ਕਿੱਡਾ ਵੱਡੀ ਗੱਲ ਕਹਿ ਦਿੱਤੀ, ਸਿੱਖਾਂ ਦਾ ਰਾਜਾ ਹੈ ਜੀ। ਰਾਜਾ ਸ਼ਬਦ ਕੋਈ ਛੋਟਾ ਨਹੀਂ ਹੁੰਦਾ। ਗਿਆਨੀ ਗਿਆਨ ਸਿੰਘ ਜੀ ਲਿਖਦੇ ਉਸ ਵਕਤ ਇਧਰਲੇ ਪਾਸਿਓਂ ਜਿਹੜਾ ਸਿੱਖਾਂ ਦਾ ਰਾਜਾ ਹੈ ਉਹ ਦੀਪ ਸਿੰਘ ਸ਼ਹੀਦ ਹੈ। ਦੀਪ ਸਿੰਘ ਸ਼ਹੀਦ ਸਿੱਖਾਂ ਦਾ ਰਾਜਾ ਬਣ ਕੇ ਲੜੇਗਾ ਗਏ ਜੀ। ਉਹ ਕਹਿੰਦੇ ਬਾਬਾ ਦੀਪ ਸਿੰਘ ਏਡਾ ਵੱਡਾ ਜੁਝਾਰੂ ਯੋਧਾ ਗਏ ਜਿੱਤੇ ਪਰੰਤ ਦੌੜ ਕੇ। ਚਲੋ ਆਪਾਂ ਤੇ ਕਹਿ ਦਿੱਤਾ ਨਾ ਵੀ ਬੁੱਢਾ ਜਰਨੈਲ ਬਜ਼ੁਰਗਾ ਸਰੀਰ ਕਰਕੇ, ਚਲੋ ਇਹ ਤਾਂ ਸਾਰੇ ਜਾਣਦੇ ਆ ਵੀ ਲਗਭਗ 75-80 ਵਰਿਆਂ ਦੀ ਹੁੰਦੀ ਉਮਰ। ਪਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਇਸ ਉਮਰ ਵਿੱਚ ਵੀ ਬਾਬਾ ਦੀਪ ਸਿੰਘ ਦੌੜ ਦੌੜ ਕੇ ਜੰਗ ਲੜਦਾ ਪਿਆ ਵਾ। ਇਹ ਗੁਣ ਬਾਬਾ ਜੀ ਦੇ ਸਾਡੇ ਸਾਹਮਣੇ ਹੋਣਾ, ਸ਼ਸਤਰਾਂ ਦੇ ਨਾਲ ਉਹਦਾ ਸਰੀਰ ਭਰਿਆ ਪਿਆ ਵਾ। ਹੋ ਸਕਦੇ ਸਰੀਰ ਤੇ ਕੋਈ ਜ਼ਖਮ ਵੀ ਲੱਗਾ ਹੋਵੇ, ਪਰ ਕਵੀ ਜੀ ਲਿਖਦੇ ਬਾਬਾ ਦੀਪ ਸਿੰਘ ਦੌੜ ਕੇ ਆਪਣਾ ਘੋੜਾ ਲੈ ਕੇ ਭੱਜ ਕੇ ਜਿਸ ਪਾਸੇ ਜੰਗ ਲੜਨ ਵਾਸਤੇ ਜਾਂਦਾ ਹੈ ਨਾ, ਅੱਗੇ ਕਹਿੰਦੇ ਕਰੰਤ ਚੌੜ ਗਏ ਮਗਾ। ਇੱਥੇ ਚੌੜ ਦਾ ਅਕਰੀ ਅਰਥ ਕੇ ਤਬਾਹੀ ਕਰਦੇ ਨੇ। ਕਹਿੰਦੇ ਬਾਬਾ ਦੀਪ ਸਿੰਘ ਜਿਸ ਪਾਸੇ ਆਪਣਾ ਖੰਡਾ ਲੈ ਕੇ ਆਪਣਾ ਸ਼ਸਤਰ ਲੈ ਕੇ ਚਲਾ ਜਾਂਦਾ ਗਏ, ਉਸ ਪਾਸੇ ਬਾਬਾ ਦੀਪ ਸਿੰਘ ਦੁਸ਼ਮਣ ਦੇ ਦਲਾਂ 'ਚ ਤਰਥੱਲੀ ਮਚਾ ਦਿੰਦਾ ਗਏ। ਦੁਸ਼ਮਣ ਦੇ ਦਲਾਂ ਦੇ ਆਊ ਲਾ ਕੇ ਸੁੱਟ ਦਿੰਦਾ, ਉਹਨਾਂ ਦੀ ਤਬਾਹੀ ਆ ਜਾਂਦੀ ਹੈ। ਦੁਸ਼ਮਣ ਦੇ ਦਲਾਂ ਵਾਸਤੇ ਤਾਂ ਪਰਲੋ ਆ ਜਾਂਦੀ ਹੈ ਜੀ। ਬਾਬਾ ਦੀਪ ਸਿੰਘ ਉਸ ਪਾਸਿਓਂ ਦੁਸ਼ਮਣ ਦੇ ਦਲਾਂ ਦੀਆਂ ਸਫਾਂ ਵਲੇਟ ਕੇ ਰੱਖ ਦਿੰਦਾ ਕਿ ਗੁਰਸੰਗਤ ਜੀ ਉਸ ਵੇਲੇ ਜਿਹੜਾ ਦੁਸ਼ਮਣ ਦਲ ਦਾ ਇੱਕ ਜਰਨੈਲ ਅਗੇ, ਇਹਦਾ ਨਾਮ ਅਗੇ ਅਮੀਰ ਜਹਾਨ ਖਾਂ। ਦੁਸ਼ਮਣ ਦੇ ਦਲਾਂ ਵੱਲੋਂ ਨਾ ਇਹਦੇ ਥੱਲੇ 5000 ਸਿਪਾਹੀ ਲੜਦਾ ਪਿਆ ਸੀ। ਜਿਵੇਂ ਅਸੀਂ ਕਹਿੰਦੇ ਨਾ ਕਰੋੜਪਤੀ, ਇਹਦਾ ਮਤਲਬ ਹੁੰਦਾ ਵੀ ਇਹਦੇ ਕੋਲ ਕਰੋੜ ਰੁਪਈਆ ਵਾ, ਇਹ ਕਰੋੜ ਰੁਪਈਏ ਦਾ ਮਾਲਕ ਆ। ਫਿਰ ਕੋਈ ਕਹਿੰਦਾ ਕਰੋੜਾਂ ਪਤੀ, ਇਹਦੇ ਕੋਲ 1 ਕਰੋੜ ਨਹੀਂ, ਇਹਦੇ ਕੋਲ ਕਈ ਕਰੋੜਾਂ ਨੇ। ਕਈ ਵਿਚਾਰੇ ਲੱਖਪਤੀ ਹੁੰਦੇ ਨੇ, ਗੁਸਤਾਖੀ ਦੀ ਕੀਮਾ ਕਈ ਕੱਖਪਤੀ ਵੀ ਹੁੰਦੇ ਆ ਵੀ ਕੁਝ ਵੀ ਨਹੀਂ ਉਹਨਾਂ ਕੋਲ। ਇਸੇ ਪ੍ਰਕਾਰ 5000 ਪਤੀ ਦਾ ਅਰਥ ਹੈ ਵੀ 5000 ਸਿਪਾਹੀ ਉਹਦੀ ਆਗਿਆ ਵਿੱਚ ਗਏ। 5000 ਬੰਦਿਆਂ ਦਾ ਮਾਲਕ ਹੈ ਉਹ। ਕਵੀ ਜੀ ਲਿਖਦੇ ਆ, ਅਮੀਰ ਜਾਨ ਖਾਨ ਥਾ 1005 ਕੋਪਤੀ। ਅਮੀਰ ਜਹਾਨ ਖਾਨ ਜਿਹੜਾ ਕਿ ਇਹ 5000 ਜਿਹੜੇ ਉਹਦੇ ਸਿਪਾਹੀ ਨੇ ਉਹਨਾਂ ਦਾ ਸਰਦਾਰ ਹੈ। 5000 ਸਿਪਾਹੀਆਂ ਦਾ ਇਹ ਮਾਲਕ ਹੈ ਜੀ। ਗੁਰਸੰਗਤ ਜੀ ਜਦੋਂ ਉਹਨੇ ਆਪਣੇ 5000 ਸਿਪਾਹੀਆਂ ਵੱਲ ਵੇਖਿਆ ਨਾ, ਤੇ ਕਵੀ ਜੀ ਲਿਖਦੇ ਨੇ, ਨਿਗਾਰ ਫੌਜ ਆਪਣੀ, ਜਦੋਂ ਉਹਨੇ ਆਪਣੇ 5000 ਸਿਪਾਹੀਆਂ ਵੱਲ ਵੇਖਿਆ, ਲਚਾਰ ਗਾਰਤੀ ਗਤੀ, ਉਹ ਸਮਝ ਗਿਆ ਕਿ ਮੇਰੇ 5000 ਸਿਪਾਹੀ ਜਿਹੜੇ ਆ ਨਾ ਉਹ ਸਿੱਖਾਂ ਦੇ ਸਾਹਮਣੇ ਲਚਾਰ ਹੋ ਗਏ। ਲਚਾਰ ਦਾ ਅਰਥ ਆਪ ਜੀ ਜਾਣਦੇ ਹੋ, ਲਚਾਰ ਹੋ ਗਏ ਆ। ਅਮੀਰ ਜਹਾਨ ਖਾਂ ਇਹ ਗੱਲ ਜਾਣ ਗਿਆ ਵੀ ਮੇਰੇ 5000 ਬੰਦੇ ਜਿਹੜੇ ਆ ਇਹ ਸਿੱਖਾਂ ਦੇ ਸਾਹਮਣੇ ਹਾਰਦੇ ਪਏ ਆ। ਬਾਬਾ ਦੀਪ ਸਿੰਘ ਦੀ ਅਗਵਾਈ 'ਚ ਸਿੱਖ ਏਡਾ ਵੱਡਾ ਜੰਗ ਲੜਦੇ ਪਿਆ ਵੀ ਮੇਰੇ 5000 ਬੰਦਿਆਂ ਦੇ ਪੈਰ ਉਖੜ ਚੱਲੇ ਆ, ਇਹ ਪਿਛਾਂ ਭੱਜ ਚੱਲੇ ਆ। ਉਹ ਇਸ ਗੱਲ ਨੂੰ ਜਾਣ ਗਿਆ ਕਿ ਮੇਰੇ ਸਿਪਾਹੀ ਜਿਹੜੇ ਨੇ ਲਚਾਰ ਹੋ ਗਏ ਤੇ ਇਹਨਾਂ ਦੇ ਪੈਰ ਉਖੜ ਚੱਲੇਗਾ ਨਾ।
ਵਾਹ ਵਾਹ, ਕਮਾਲ ਦੀ ਸ਼ਬਦਾਵਲੀ। ਕਹਿੰਦੇ ਮੈਦਾਨ ਮੈਂ ਸਿੰਘਾਨ ਕਾ ਮਹਾਨ ਜੰਗ ਘੇਰ ਕੇ, ਜਦੋਂ ਉਸ ਮੈਦਾਨ ਵਿੱਚ ਸਿੰਘਾਂ ਦਾ ਬਹੁਤ ਵੱਡਾ ਜੰਗ ਉਹਨੇ ਵੇਖਿਆ। ਮੈਦਾਨ ਮੈਂ ਸਿੰਘਾਨ ਕਾ ਮਹਾਨ ਜੰਗ ਘੇਰ ਕੇ, ਮੈਦਾਨ ਦਾ ਅਰਥ ਜਾਣਦੇ ਹੋ, ਸਿੰਘਾਨ ਬਹੁਤ ਬਦਰ ਸਿੰਘਾਂ ਦਾ, ਮਹਾਨ ਵੱਡਾ ਜੰਗ, ਘੇਰ ਦਾ ਅਰਥ ਕੇ ਵੇਖਣਾ। ਜਦੋਂ ਅਮੀਰ ਜਹਾਨ ਖਾਨ ਨੇ ਇਸ ਮੈਦਾਨ ਦੇ ਅੰਦਰ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਗੁਰਸੰਗਤ ਜੀ ਸਿੱਖਾਂ ਦਾ ਬਹੁਤ ਵੱਡਾ ਯੁੱਧ ਵੇਖਿਆ ਗਏ। ਕਹਿੰਦੇ ਅਰਿਓ ਸੋ ਆਏ ਸਾਮੁਖੈ, ਉਹਨੂੰ ਪਤਾ ਲੱਗ ਗਿਆ ਕਿ ਮੇਰੇ 5000 ਫੌਜ ਲਾਚਾਰ ਹੋ ਗਈ ਤੇ ਪੈਰ ਉਖੜ ਜਾਣਗੇ। ਉਸਨੇ ਆਪਣੀਆਂ ਫੌਜਾਂ ਵਿੱਚ ਨਵੇਂ ਸਿਰੇ ਤੋਂ ਰੂਹ ਫੂਕਣ ਵਾਸਤੇ, ਜਿਵੇਂ ਇੱਕ ਪਾਰਟੀ ਨੂੰ ਪਤਾ ਲੱਗ ਜਾਣਾ ਵੀ ਆਹ ਜਰਨੈਲ ਹੁਣ ਖਤਮ ਹੋ ਗਏ, ਕੰਮ ਤੇ ਭਾਵੇਂ ਦੂਜਾ ਵੀ ਹੋਵੇ ਕਰੇ, ਦੂਜੇ ਨੂੰ ਸਾਹਮਣੇ ਕਰਕੇ ਕੁਝ ਦਿਨਾਂ ਬਾਅਦ ਤੇ ਪਾਰਟੀ 'ਚ ਜਾਨ ਫੂਕ ਦਿੰਦੇ। ਲੋਕਾਂ ਨੂੰ ਐ ਲੱਗਦਾ ਵੀ ਜਿਵੇਂ ਹੁਣ ਸਾਰੇ ਮਸਲੇ ਹੱਲ ਹੋ ਜਾਣੇ, ਭਾਈ ਸਾਹਿਬ ਦਾ ਪਿਆਰਾ ਬਤਨਗੇ। ਇਸੇ ਪ੍ਰਕਾਰ ਅਮੀਰ ਜਹਾਨ ਖਾਨ ਜਿਹੜਾ ਕਿ ਉਹਨੇ ਆਪਣਾ ਘੋੜਾ ਛੇੜਿਆ, ਬਹੁਤ ਉੱਚੀ ਉੱਚੀ ਬੋਲਦਾ ਆਇਆ ਤੇ ਗੁਰਸੰਗਤ ਜੀ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿੱਖਾਂ ਨਾਲ ਲੜਨ ਲੱਗ ਪਿਆ ਗਏ, ਗੁਰੂ ਕੇ ਖਾਲਸੇ ਦੇ ਨਾਲ ਯੁੱਧ ਕਰਨ ਲੱਗ ਪਿਆ ਗਏ ਜੀ। ਹੁਣ ਗੁਰਸੰਗਤ ਜੀ ਉਧਰਲੇ ਪਾਸਿਓਂ ਜਦੋਂ ਅਮੀਰ ਜਹਾਨ ਖਾਨ ਆਪਣੀਆਂ ਫੌਜਾਂ ਨੂੰ ਖੱਲਾਸ਼ੇਰੀ ਦੇਣ ਵਾਸਤੇ ਆਪ ਅੱਗੇ ਵਧਿਆ ਨਾ, ਤੇ ਸਾਹਮਣੇ ਗੁਰੂ ਨੇ ਵੇਖਿਆ ਇੱਕ ਮਰਦ ਯੋਧਾ ਬਾਬਾ ਦੀਪ ਸਿੰਘ। ਬਾਬਾ ਦੀਪ ਸਿੰਘ ਸਾਹਮਣੇ ਉਹਦੇ ਐ ਬਾਬਾ ਜੀ ਦੇ ਸਾਹਮਣੇ ਆ ਗਿਆ ਜੀ। ਪਹਿਲਾਂ ਤਾਂ ਅਗਾਂਹ ਭੱਜਾ ਆਉਂਦਾ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਵੇਖ ਕੇ ਉਹਨੇ ਆਪਣੇ ਪੈਰ ਰੋਕ ਲਏ, ਮਤਲਬ ਜਿੱਥੇ ਸੀ ਉੱਥੇ ਖੜ ਗਿਆ। ਉਸੇ ਜਗ੍ਹਾ ਦੇ ਉੱਪਰ ਉਹਨੇ ਆਪਣੇ ਪੈਰ ਗੱਡ ਲਏ ਕੰਨ। ਹੁਣ ਉਧਰਲੇ ਪਾਸੇ ਅਮੀਰ ਜਹਾਨ ਖਾਨ ਖਲੋਤਾ ਹੈ ਤੇ ਇਧਰਲੇ ਪਾਸੇ ਬਾਬਾ ਦੀਪ ਸਿੰਘ ਜੀ ਖਲੋਤੇ ਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਦੋਵਾਂ ਪਾਸਿਆਂ ਤੋਂ ਕਿੰਨੇ ਕੁ ਤੀਰ ਚੱਲੇ ਹੋਣਗੇ। ਬਾਬਾ ਦੀਪ ਸਿੰਘ ਨੇ ਤੇ ਉਹਨੇ ਕਿੰਨੇ ਚਲਾਏ ਇੱਕ ਦੂਜੇ ਦੇ ਉੱਪਰ। ਭਾਈ ਸਾਹਿਬ ਨੇ ਆਖਿਆ ਨਹੀਂ ਅੰਦਾਜ਼ਾ ਨਹੀਂ ਕੋਈ। ਉਹਨੇ ਇੱਕ ਸ਼ਬਦ ਵਰਤਿਆ, ਕਹਿੰਦੇ ਤਜੇ ਸਮਾਨ ਮਹਿਬਾਨ। ਮੀਂਹ ਦਾ ਅਰਥ ਕਿ ਮੀਂਹ, ਕਹਿੰਦੇ ਜਿਵੇਂ ਮੀਂਹ ਪੈਂਦਾ ਨਾ ਏਦਾਂ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਦੇ ਤੀਰ ਚਲਾਏ ਗਏ ਜੀ। ਕਿੰਨੇ ਤੀਰ ਬਾਬਾ ਦੀਪ ਸਿੰਘ ਨੇ ਚਲਾਏ ਤੇ ਕਿੰਨੇ ਉਹਨੇ ਚਲਾਏ ਕੋਈ ਅੰਦਾਜ਼ਾ ਨਹੀਂ। ਦੋਵਾਂ ਪਾਸਿਆਂ ਤੋਂ ਇੱਕ ਦੂਜੇ ਦੇ ਉੱਪਰ ਇੰਨੇ ਤੀਰ ਚਲਾਏ ਗਏ ਗੁਰਸੰਗਤ ਜੀ ਜਿਵੇਂ ਮੀਂਹ ਵਰਦਾ ਵਾ। ਤੇ ਨਾਲ ਉਹ ਸ਼ਬਦ ਲਿਖਦੇ ਨੇ, ਦੋ ਦਿਸ਼ਾ ਸਦਾਏ ਰਹੇ। ਕਹਿੰਦੇ ਕਮਾਲ ਦੀ ਗੱਲ ਇਹ ਗਏ ਕਿ ਬਾਬਾ ਦੀਪ ਸਿੰਘ ਜੀ ਤਾਂ ਬੜੇ ਮਹਾਨ ਯੋਧੇ ਬੰਦਗੀ ਵਾਲੇ ਆ, ਪਰ ਇਹਨਾਂ ਤੁਸੀਂ ਗਲਤ ਨਾ ਸੋਚਣਾ, ਪਰ ਥੋੜਾ ਜਿਹਾ ਉਹ ਸੋਚੋ ਜਿਹੜਾ ਜਰਨੈਲ ਅੱਗੇ ਖਲੋਤਾ ਵੀ ਬੜਾ ਬਹਾਦਰ ਸੀ। ਬਾਬਾ ਦੀਪ ਸਿੰਘ ਐਵੇਂ ਮੇਰੇ ਵਰਗਿਆਂ ਨਾਲ ਕੇ ਥੋੜਾ ਜਿੱਤ ਕੇ ਕਿਤੇ, ਬਹੁਤ ਵੱਡੇ ਯੋਧਿਆਂ ਨੂੰ ਉਹਨੇ ਹਰਾਇਆ ਜੀ ਜੰਗ 'ਚ। ਜੇ ਦੁਸ਼ਮਣ ਜਿੰਨਾ ਵੱਡਾ ਹੋਵੇਗਾ ਉਨੀ ਸਾਡੇ ਸੂਰਮੇ ਦੀ ਬਹਾਦਰੀ ਵੱਡੀ ਸਾਹਮਣੇ ਆਵੇਗੀ ਜੀ। ਜੇ ਦੁਸ਼ਮਣ ਦੇ ਪੱਲੇ ਕੱਖ ਨਹੀਂ, ਅਗਲਾ ਕਹਿੰਦਾ ਉਹਦੇ ਤੋਂ ਜਿੱਤ ਹੀ ਜਾਣਾ ਸੀ, ਇਹਨੇ ਫਲਾਣੇ ਤੋਂ ਜਿੱਤ ਕੇ ਵਿਖਾਵੇ। ਗਿਆਨੀ ਗਿਆਨ ਸਿੰਘ ਜੀ ਲਿਖਦੇ, ਦੋਵਾਂ ਪਾਸਿਆਂ ਤੋਂ ਆਪਣਾ ਧੀਰਜ ਛੱਡਿਆ ਨਹੀਂ ਜਾ ਰਿਹਾ। ਬੜੇ ਹੌਸਲੇ ਦੇ ਨਾਲ, ਬੜੇ ਧੀਰਜ ਦੇ ਨਾਲ, ਬੜੇ ਟਿਕਾ ਦੇ ਨਾਲ ਬਾਬਾ ਦੀਪ ਸਿੰਘ ਤੇ ਉਧਰਲੇ ਪਾਸਿਓ ਅਮੀਰ ਜਹਾਨ ਖਾਨ ਜਿਹੜਾ ਕਿ ਉਹ ਆਪਣੇ ਤੀਰ ਛੱਡਦਾ ਪਿਆ ਤੇ ਮੀਂਹ ਵਾਂਗ ਗੁਰਸੰਗਤ ਦੀ ਤੀਰ ਉਸੇ ਗੋਲਵਾੜ ਦੇ ਮੈਦਾਨ ਅੰਦਰ ਵਰਦੇ ਪਏ ਕੰਨ। ਹੁਣ ਗੁਰਸੰਗਤ ਜੀ ਜਦੋਂ ਦੋਵਾਂ ਪਾਸਿਆਂ ਤੋਂ ਬਹੁਤ ਸਾਰੇ ਤੀਰ ਚੱਲੇ ਨਾ ਤੇ ਦੋਵਾਂ ਪਾਸਿਆਂ ਦੇ ਬਹੁਤ ਸਾਰੇ ਸੂਰਮੇ ਜਿਹੜੇ ਸਨ ਉਹ ਛਾਨਣੀ ਵਰਗੇ ਹੋ ਗਏ। ਛਾਨਣੀ 'ਚ ਨਿੱਕੇ ਨਿੱਕੇ ਕਿੰਨੇ ਸੁਰਾਖ ਹੁੰਦੇ ਆ, ਇੰਨੇ ਤੀਰ ਦੋਵਾਂ ਪਾਸਿਆਂ ਦੇ ਸੂਰਮਿਆਂ ਛਾਤੀਆਂ 'ਚ ਵੱਜ ਗਏ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਕਈ ਸਿੰਘਾਂ ਦੇ ਸਰੀਰ ਛਲਣੀ ਹੋ ਗਏ। ਬਾਬਾ ਦੀਪ ਸਿੰਘ ਜੀ ਦੇ ਚੱਲੇ ਕੋਈ ਤੀਰਾਂ ਨੇ ਦੁਸ਼ਮਣ ਦਲ ਦੇ ਪਤਾ ਨਹੀਂ ਕਿੰਨੇ ਕੁ ਸਿਪਾਹੀਆਂ ਦੇ ਸਰੀਰ ਛਲਣੀ ਕਰਕੇ ਰੱਖ ਦਿੱਤੇ। ਗੁਰਸੰਗਤ ਜੀ ਬਹੁਤ ਸਾਰੇ ਸੂਰਮੇ ਗੋਲਵਾੜ ਦੇ ਮੈਦਾਨ ਅੰਦਰ ਦੋਵਾਂ ਪਾਸਿਆਂ ਦੇ ਸੂਰਮਿਆਂ ਦੇ ਸਰੀਰ ਛਲਣੀ ਹੋ ਗਏ ਕੰਨ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਅੰਦਰ ਬਾਬਾ ਦੀਪ ਸਿੰਘ ਤਾਂ ਅਰਦਾਸ ਕਰਕੇ ਤੁਰੇ ਵੀ ਪਹਿਲਾਂ ਹਰਿਮੰਦਰ ਸਾਹਿਬ ਆਜ਼ਾਦ ਹੋਵੇਗਾ ਤੇ ਦੀਪ ਸਿੰਘ ਬਾਅਦ ਚ ਸ਼ਹੀਦ ਹੋਵੇਗਾ। ਉਹਨੇ ਤੇ ਪੈਰ ਪਛਾਂ ਕਰਨਾ ਹੀ ਕੀ ਆ, ਇਹ ਤੇ ਆਪਾਂ ਸੋਚ ਹੀ ਨਹੀਂ ਸਕਦੇ ਵੀ ਪੈਰ ਪਛਾਂ ਕਰ ਲੈ। ਕਵੀ ਜੀ ਕਹਿੰਦੇ ਕਮਾਲ ਦੀ ਗੱਲ ਗਏ, ਅਮੀਰ ਜਹਾਨ ਖਾਨ ਵੀ ਆਪਣਾ ਪੈਰ ਪਛਾਂ ਨਹੀਂ ਕਰਦਾ ਪਿਆ। ਥੋੜਾ ਜਿਹਾ ਸੋਚੋ ਵੀ ਜਿਨ੍ਹਾਂ ਨਾਲ ਬਾਬਾ ਜੀ ਦੀ ਜੰਗ ਹੋਈ ਕਿਦਾਂ ਦੇ ਬੰਦੇ ਹੋਣਗੇ ਅਗਲੇ ਪਾਸੇ। ਫਿਰ ਸਮਝੋ ਐਵੇਂ ਘਰ ਤੋਂ ਹੀ ਨਹੀਂ ਉੱਠ ਕੇ ਆ ਗਏ ਉਹ ਨੇ ਜਿਨ੍ਹਾਂ ਦੇ ਖਾਨਦਾਨੀ ਜੰਗ ਚੱਲਾਂਗੇ, ਜਿਨ੍ਹਾਂ ਜੰਮਦੇ ਤੇਗਾਂ ਦੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਹੋਵੇਗਾ।
ਕਹਿੰਦੇ ਨੇ ਬਾਬਾ ਸਾਹਿਬ ਦੀ ਤਾਂ ਆਪਣੀ ਅਰਦਾਸ ਨੂੰ ਮੁੱਖ ਰੱਖਦੇ ਆ, ਲੇਕਿਨ ਅਮੀਰ ਜਗਾਨ ਖਾਨ ਆਪਣੇ ਮਨ ਅੰਦਰ ਸੋਚਦਾ ਗਏ ਵੀ ਜੇ ਮੈਂ ਇਹ ਤੋਂ ਪਛਾਣ ਹਟ ਗਿਆ ਤੇ ਲੋਕ ਮੈਨੂੰ ਫਟਕਾਰਾਂ ਪਾਉਣਗੇ, ਮੈਨੂੰ ਮੇਰੇ ਨਾਲ ਦੇ ਕੀ ਕਹਿਣਗੇ ਵੀ ਇੱਕ ਬਜ਼ੁਰਗ ਤੋਂ ਹਾਰ ਕੇ ਆ ਗਏ। ਇਸ ਕਰਕੇ ਉਹ ਆਪਣੇ ਨਾਂ ਦੀ ਲਾਜ ਰੱਖਣੀ ਚਾਹੁੰਦਾ ਹੈ। ਗੁਰ ਸੰਗਤ ਜੀ ਆਪਣੇ ਨਾਂ ਦੀ ਲਾਜ ਨੂੰ ਪਾਲਣੀ ਚਾਹੁੰਦਾ ਕਿ ਜੀ ਹੁਣ ਵਾ ਕਮਾਲ ਕਰਦੀ ਕਵੀ ਦੀ ਲਿਖਦੇ ਭਜੰਤ ਨਾ ਭਜਦੇ ਨਹੀਂ ਮੈਦਾਨ ਛੱਡ ਕੇ, ਦੋਵਾਂ ਪਾਸਿਆਂ ਦੇ ਸੂਰਮੇ ਮੈਦਾਨ ਛੱਡ ਕੇ ਭਜਦੇ ਨਹੀਂ। ਤਜੰਤ ਨਾ ਉਸ ਜਗ੍ਹਾ ਤੋਂ ਅੱਗੇ ਪਿੱਛੇ ਵੀ ਨਹੀਂ ਹੁੰਦੇ ਪਏ, ਉਧਰ ਜਾ ਕੇ ਲੜ ਗਏ। ਫਿਰ ਕਰਦੇ ਕੀ ਆ, ਕਹਿੰਦੇ ਗਜੰਤ ਖੇਤ ਮੈਂ ਕਰੇ। ਇਧਰਲੇ ਪਾਸਿਓਂ ਬਾਬਾ ਦੀਪ ਸਿੰਘ ਤੇ ਅਮੀਰ ਜਾਨ ਕਾ ਇੱਕ ਦੂਜੇ ਨੂੰ ਵੇਖ ਕੇ ਗਰਜਦੇ ਪਏ, ਲਲਕਾਰੇ ਮਾਰੇ ਜਾ ਰਹੇ, ਗੱਜ ਗੱਜ ਕੇ ਵੀ ਤਗੜਾ ਹੋ। ਫਿਰ ਇਹ ਨਾ ਕਹੇ ਵੀ ਮੈਨੂੰ ਪਤਾ ਨਹੀਂ ਲੱਗਾ, ਜੇ ਉਹ ਜੰਗ ਵਿੱਚ ਹੁੰਦਾ ਵਾ ਲਲਕਾਰ ਕੇ ਵਾਰ ਕਰਨਾ। ਗੁਰ ਸੰਗਤ ਦੀ ਦੋਵਾਂ ਪਾਸਿਆਂ ਤੋਂ ਬਾਬਾ ਸਾਹਿਬ ਦੀ, ਉਧਰਲੇ ਪਾਸਿਓਂ ਅਮੀਰ ਜਗਾਨ ਕਾ ਇੱਕ ਦੂਜੇ ਨੂੰ ਲਲਕਾਰ ਕੇ ਮੰਗਾਰਦੇ ਪਏ ਗਨ। ਕਵੀ ਜੀ ਦਾ ਪਿਆਰਾ ਬਚਨ ਕੇ ਕਹਿੰਦੇ ਨੇ ਉਸ ਵਕਤ ਨਾ ਬਹੁਤ ਭਿਆਨਕ ਦ੍ਰਿਸ਼ ਬਣਿਆ ਪਿਆ ਸੀ ਉੱਤੇ ਜੰਗ ਦਾ। ਏਦਾਂ ਦਾ ਦ੍ਰਿਸ਼ ਵੀ ਆਪਾਂ ਸੁਣ ਤਾਂ ਸਕਦੇ ਆ, ਜੇ ਸਾਡੇ ਵਰਗੇ ਹਿਰਦੇ ਵਾਲਾ ਬੰਦਾ ਉੱਤੇ ਚਲਾ ਜਾਂਦਾ ਤੇ ਹੋ ਸਕਦਾ ਲੜਨ ਦੀ ਲੋੜ ਨਾ ਪੈਂਦੀ, ਉਹਦਾ ਅਟੈਕ ਹੀ ਹੋ ਜਾਂਦਾ ਜਾਂ ਕੋਈ ਜ਼ੋਹਰ ਹੋ ਜਾਂਦਾ। ਏਦਾਂ ਦਾ ਭਿਆਨਕ ਦ੍ਰਿਸ਼ ਬਣਿਆ ਪਿਆ, ਕਿਉਂਕਿ ਸਾਡੇ ਤਾਂ ਨਾ, ਮੈਂ ਹੁਣ ਹਿੰਸਾ ਦੇ ਹੱਕ ਵਿੱਚ ਨਹੀਂ, ਪਰ ਸਿੱਖ ਇੰਨੇ ਕਮਜ਼ੋਰ ਹੋ ਗਏ ਇਹਨਾਂ ਦੇ ਸਾਹਮਣੇ ਡੱਡੀ ਵੀ ਮਰਦੇ ਤੇ 2 ਦਿਨ ਰੋਟੀ ਨਹੀਂ ਖਾਂਦੇ। ਇੰਨੇ ਕਮਜ਼ੋਰ ਵੀ ਨਹੀਂ ਹੋਣਾ ਚਾਹੀਦਾ, ਦਿਲ ਵੀ ਰੱਖਣਾ ਚਾਹੀਦਾ ਵਾ। ਭਾਈ ਸਾਹਿਬ ਦਾ ਪਿਆਰਾ ਬਚਨ ਕੇ ਪਰੰਤ ਗੂਲ ਅਕਾਲ ਕੇ ਕਰਾਲ ਰੋਹ ਕੇ ਭਰੇ। ਦੋਵਾਂ ਪਾਸਿਆਂ ਦੇ ਸੂਰਮੇ ਜਿਹੜੇ ਆ ਉਹ ਐ ਗੁਰ ਸੰਗਤ ਦੀ ਵੀਰ ਰਸ ਦੇ ਨਾਲ ਭਰੇ ਪਏ ਆ। ਦੋਵਾਂ ਪਾਸਿਆਂ ਦੇ ਸੂਰਮਿਆਂ ਚੋਂ ਵੀਰ ਰਸ ਡੁੱਲ ਡੁੱਲ ਪੈਂਦਾ ਗਏ ਜੀ। ਕਹਿੰਦੇ ਉਸ ਵਕਤ ਇੱਕ ਗੁਰਸਿੱਖ ਪਿਆਰਾ, ਇਹਦਾ ਨਾਮ ਅਗੇ ਭਾਈ ਦਇਆਲ ਸਿੰਘ। ਚਲੋ ਭਾਈ ਸਾਹਿਬ ਨੇ ਸ਼ਬਦ ਵਰਤਿਆ ਮਾਹਲ ਹੈ। ਮਾਹਲ ਇੱਕ ਗੋਤ ਵੀ ਆ ਪਰ ਇੱਕ ਪਿੰਡ ਵੀ ਹੈ। ਹੋ ਸਕਦਾ ਉਹਦੀ ਉਹ ਗੋਤ ਹੋਵੇ ਜਾਂ ਉਹਦਾ ਉਹ ਪਿੰਡ ਹੋਵੇ ਜਿਹਦੇ ਨਾਲ ਉਹਨਾਂ ਸ਼ਬਦ ਜੋੜਿਆ। ਜੇ ਮੈਨੂੰ ਕੱਲ ਪਰਸੋਂ ਕਿਸੇ ਗੁਰਮੁਖ ਨੇ ਦੱਸਿਆ ਵੀ ਗੋਲਵਾੜ ਦੇ ਇਲਾਕੇ ਵਿੱਚ ਇੱਕ ਏਦਾਂ ਦਾ ਪਿੰਡ ਵੀ ਹੈ। ਹੋ ਸਕਦਾ ਉਹ ਉਸ ਪਿੰਡ ਦਾ ਹੋਵੇ, ਆਪਾਂ ਨੂੰ ਬਹੁਤੀ ਜਾਣਕਾਰੀ ਨਹੀਂ। ਪਰ ਕਵੀ ਜੀ ਨੇ ਸ਼ਬਦ ਵਰਤਿਆ ਤਬੇ ਸ਼ਹੀਦ ਦਿਆਲ ਸਿੰਘ ਮਾਹਲ ਕੇ ਨਿਗਾਰ ਗਏ। ਉਧਰਲੇ ਪਾਸਿਓਂ ਭਾਈ ਦਇਆਲ ਸਿੰਘ, ਸ਼ਹੀਦ ਭਾਈ ਦਇਆਲ ਸਿੰਘ, ਉਹ ਵੇਖਦਾ ਪਿਆ ਸੀ ਬਾਬਾ ਦੀਪ ਸਿੰਘ ਜੀ ਤੇ ਅਮੀਰ ਜਾਨ ਖਾਨ ਵੀ ਕਿੱਦਾਂ ਇੱਕ ਦੂਜੇ ਨਾਲ ਲਲਕਾਰ ਰਹੇ, ਕਿੱਦਾਂ ਤੀਰਾਂ ਦੇ ਵਾਰ ਹੋ ਰਹੇ, ਦੋਵਾਂ ਪਾਸਿਆਂ ਦੇ ਸੂਰਮੇ ਲੜ ਰਹੇ ਆ। ਭਾਈ ਦਇਆਲ ਸਿੰਘ ਜਿਹੜਾ ਕਿ ਉਹ ਇਸ ਗੱਲ ਨੂੰ ਵੇਖਦਾ ਪਿਆ ਕਿ ਜੀ ਕਵੀ ਜੀ ਅੱਗੇ ਲਿਖਦੇ ਨੇ ਵੀ ਉਹ ਗੁਰਮੁਖ ਪਿਆਰਾ ਜਿਹੜਾ ਕਿ 500 ਸਿੰਘ ਗਏ ਉਹਦੇ ਨਾਲ, ਅਮੀਰ ਜਹਾਨ ਖਾਨ ਦੇ ਨਾਲ 5000 ਗਏ। ਭਾਈ ਦਇਆਲ ਸਿੰਘ ਦੇ ਨਾਲ ਜਿਹੜੇ ਨੇ ਨਾ ਉਹ ਗੁਰਸੰਗਤ ਦੀ 500 ਸਿੰਘ ਨੇ, ਲੇਕਿਨ ਇਹ 500 ਦੇ 500 ਚੜ੍ਹਦੀ ਕਲਾ ਵਾਲੇ ਮਰਦ ਸੂਰਮੇ ਨੇ। ਇਹ ਉਹ ਨੇ ਜਿਹੜੇ ਬਾਬਾ ਦੀਪ ਸਿੰਘ ਦੇ ਖੰਡੇ ਦੀ ਲੀਕ ਖਿੱਚੀ ਤੇ ਲੰਘ ਕੇ ਆਇਆ ਵੀ ਜਾਨ ਚਲੀ ਜਾਏਗੀ, ਲੇਕਿਨ ਹਰਮੰਦਰ ਸਾਹਿਬ ਦੀ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਮਨਜ਼ੂਰ ਨਹੀਂ ਹੋਵੇਗਾ। ਭਾਈ ਸਾਹਿਬ ਦਾ ਪਿਆਰਾ ਬਚਨ ਕਿ 500 ਸ਼ਹੀਦ ਦਿਆਲ ਸਿੰਘ ਦੇ ਨਾਲ ਲਗਾਨਾ। ਹੁਣ ਜਦੋਂ ਲੰਮਾ ਸਮਾਂ ਜੰਗ ਹੁੰਦੀ ਰਹੀ ਬਾਬਾ ਸਾਹਿਬ ਤੇ ਅਮੀਰ ਜਾਨ ਖਾਨ ਦੀ, ਕਹਿੰਦੇ ਇੱਕਦਮ ਭਾਈ ਦਇਆਲ ਸਿੰਘ ਆਪਣੇ 500 ਸਾਥੀਆਂ ਨੂੰ ਨਾਲ ਲੈ ਕੇ ਜਾਨ ਖਾਨ ਦੇ ਗਲ ਪੈ ਗਿਆ। ਕਵੀ ਜੀ ਲਿਖਦੇ ਪਰਿਓ ਅਮੀਰ ਜਹਾਨ ਖਾਨ ਪੈਸੋ ਜਾਏ ਬੀਜ ਜਾਇਓ। ਜਿਵੇਂ ਅਸਮਾਨ ਵਿੱਚੋਂ ਬਿਜਲੀ ਕਿਸੇ ਨੂੰ ਅਚਾਨਕ ਪੈ ਜਾਂਦੀ, ਉਹਨੂੰ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਪੈ ਗਈ, ਅਚਾਨਕ ਹੀ ਪੈ ਗਈ ਹੈ। ਇਸੇ ਪ੍ਰਕਾਰ ਭਾਈ ਦਇਆਲ ਸਿੰਘ ਜਿਹੜਾ ਕਿ ਉਹ ਅਮੀਰ ਜਹਾਨ ਖਾਨ ਨੂੰ ਅਚਾਨਕ ਹੀ ਆਗੇ ਪੈ ਗਿਆ, ਜਿਵੇਂ ਅਸਮਾਨ ਵਿੱਚੋਂ ਬਿਜਲੀ ਪੈ ਜਾਂਦੀ ਗਏ। ਕਹਿੰਦੇ ਖਰੇ ਅਨੰਤ ਸ਼ਤਰੂ। ਭਾਈ ਦਇਆਲ ਸਿੰਘ ਦੇ ਸਾਥੀਆਂ ਨੇ ਇੰਨੇ ਦੁਸ਼ਮਣ ਮਾਰ ਦਿੱਤੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਅੱਗੇ ਉਹ ਕਹਿੰਦੇ ਨੇ ਲਰੇ ਪਠਾਨ ਖੀਜ ਤਇਓ। ਇੱਕ ਕੰਮ ਹੁੰਦਾ ਬੰਦਾ ਸਹਿਜ ਨਾਲ ਕਰਦਾ ਵਾ, ਇੱਕ ਕੰਮ ਕਰਦਾ ਕਰਦਾ ਬੰਦਾ ਖਿੱਚ ਜਾਂਦਾ ਹੈ। ਖਿੱਚਦਾ ਉਦੋਂ ਜਦੋਂ ਉਹਨੂੰ ਗੁੱਸਾ ਚੜੇ ਵੀ ਮੇਰਾ ਇੰਨਾ ਮੈਂ ਮਿਹਨਤ ਕਰ ਦਿੱਤੀ ਤੇ ਕੰਮ ਸਿਰੇ ਲੱਗਦਾ ਨਹੀਂ ਪਿਆ। ਕਹਿੰਦੇ ਜਦੋਂ ਭਾਈ ਦਇਆਲ ਸਿੰਘ ਤੇ ਉਹਦੇ ਨਾਲ ਦੇ ਸਾਥੀ ਵਿੱਚ ਐਂਟਰੀ ਕਰ ਗਏ ਨਾ ਇੱਕਦਮ ਆ ਕੇ, ਤੇ ਪਠਾਨ ਜਿਹੜੇ ਸਨ ਉਹ ਖਿੱਚ ਗਏ, ਗੁੱਸਾ ਚੜ ਗਿਆ ਹੋਰ। ਉਹ ਬਹੁਤ ਜ਼ਿਆਦਾ ਗੁਰਸੰਗਤ ਜੀ ਖਿੱਚਣ ਲੱਗ ਪਏ ਗਾਨਾ।
ਬਸ ਸਾਹਿਬ ਜੀ ਨੇ 5-7 ਮਿੰਟ ਹੋਰ ਧਿਆਨ ਦੇਣਾ। ਸਾਨੂੰ ਸਾਡੇ ਵੱਡਿਆਂ ਦੀ ਬਹਾਦਰੀ ਦਾ ਤੇ ਪਤਾ ਹੋਵੇ ਨਾ। ਕਵੀ ਜੀ ਕਹਿੰਦੇ ਖੁਤੋ ਅਮੀਰ ਜਾਨ ਫੀਲ ਪੈ, ਫੀਲ ਨਾਮ ਅਗੇ ਹਾਥੀ ਦਾ, ਫੀਲ ਬਾਣੀ ਚ ਵਿੱਚ ਤੇ ਸ਼ਬਦਾਵਲੀ ਦਾ ਅਰਥ ਅਗੇ ਹਾਥੀ। ਗੁਰਸੰਗਤ ਜੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਅਮੀਰ ਜਹਾਨ ਖਾਨ ਉਦੋਂ ਹਾਥੀ ਦੀ ਅੰਬਾਰੀ ਵਿੱਚ ਅੰਬਾਦੀ ਤੇ ਬੈਠਾ ਹੋਇਆ ਲਰੰਤ ਸਾਹਮਣੇ ਤੇ ਹਾਥੀ ਦੇ ਵਿੱਚ ਬਹਿ ਕੇ ਸਿੱਖਾਂ ਨਾਲ ਲੜਦਾ ਪਿਆ। ਹਾਥੀ ਦੀਆਂ ਦੋ ਗੱਲਾਂ ਸਨ ਵੀ ਇੱਕ ਤੇ ਉੱਚਾ ਵਾਓ, ਇੱਕ ਉਹ ਛੇਤੀ ਥੋੜੀ ਬਾਦੀ ਦਰਦ ਨਹੀਂ ਮਹਿਸੂਸ ਕਰਦਾ, ਹੋਰ ਵੀ ਕਈ ਗੱਲਾਂ ਇਹਦੇ ਨਾਲ, ਤਾਂ ਕਰਕੇ ਹਾਥੀ ਜੰਗਾਂ 'ਚ ਵਰਤੇ ਜਾਂਦੇ ਸਨ। ਗੁਰਸੰਗਤ ਜੀ ਕਵੀ ਜੀ ਦਾ ਪਿਆਰਾ ਵਤਨ ਕਿ ਉਸ ਵਕਤ ਅਮੀਰ ਜਹਾਨ ਖਾਨ ਹਾਥੀ ਦੇ ਉੱਪਰ ਬੈਠਾ ਗੋਇਆ ਸਿੱਖਾਂ ਤੇ ਤੀਰਾਂ ਦਾ ਮੀਂਹ ਵਰਾਉਂਦਾ ਗਏ। ਹੁਣ ਜਦੋਂ ਕਦੇ ਆਪ ਦੀ ਕਿਸੇ ਗ੍ਰੰਥ ਦਾ ਪਾਠ ਪੜ੍ਹੋ ਨਾ ਤੇ ਬੜੀ ਇਕਾਗਰਤਾ ਨਾਲ ਪੜ੍ਹਨਾ ਪੈਂਦਾ, ਕਿਉਂਕਿ ਜਿਹੜੀ ਕਾਵ ਰਚਨਾ ਵਾ ਨਾ ਇਹਦੇ ਚ ਕੁਝ ਅੱਖਰ ਅੱਗੇ ਪਿੱਛੇ ਹੋ ਜਾਂਦੇ ਆ ਤੇ ਹਰ ਅੱਖਰ ਨੂੰ ਸਾਹਮਣੇ ਲਿਆਉਣਾ। ਮੈਂ ਇਹ ਤੇ ਨਹੀਂ ਕਹਿ ਰਿਹਾ ਵੀ ਮੇਰੇ ਕੋਲ ਬੜਾ ਗਿਆਨ ਆ ਜੀ ਮੈਂ ਲੈ ਆਉਣਾ ਸਾਹਮਣੇ, ਪਰ ਨਹੀਂ, ਗੁਰੂ ਕਿਰਪਾ ਕਰੇ ਥੋੜੀ ਮਿਹਨਤ ਲੱਗਦੀ। ਇਹ ਤੇ ਸ਼ਬਦੋਂ ਨਾਲ ਵਰਤਿਆ ਹਰੀ ਦਿਆਲ, ਪਿੱਛੇ ਸੀ ਦਿਆਲ ਸਿੰਘ। ਯਾਦ ਰੱਖਣਾ ਹਰੀ ਦਾ ਅਰਥ ਸਿੰਘ ਹੁੰਦਾ ਵਾ। ਹੁਣ ਕਾਵ ਰਚਨਾ ਨੂੰ ਠੀਕ ਕਰਨ ਵਾਸਤੇ ਉਹਨਾਂ ਹਰੀ ਦਿਆਲ ਲੈ ਕੇ ਆਂਦਾ ਅਰਥ ਕਿ ਸਿੰਘ ਦਿਆਲ, ਮਤਲਬ ਦਿਆਲ ਸਿੰਘ ਜਿੰਨਾ ਪਿੱਛੇ ਜ਼ਿਕਰ ਆਇਆ। ਕਹਿੰਦੇ ਭਾਈ ਦਿਆਲ ਸਿੰਘ ਜੀ ਜਿਹੜੇ ਆ ਉਹਨਾਂ ਆਪਣੇ ਘੋੜੇ ਨੂੰ ਭਜਾਇਆ ਤੇ ਘੋੜੇ ਨੂੰ ਭਜਾ ਕਰਕੇ ਗੁਰਸੰਗਤ ਦੀ ਉਹ ਅਮੀਰ ਜਹਾਨ ਖਾਨ ਦੇ ਹਾਥੀ ਦੇ ਸਾਹਮਣੇ ਲੈ ਆਂਦਾ, ਉਸ ਦੇ ਹਾਥੀ ਦੇ ਸਾਹਮਣੇ ਲੈ ਆਂਦਾ ਕਿ ਹੁਣ ਗੁਰਸੰਗਤ ਜੀ ਭਾਈ ਦਿਆਲ ਸਿੰਘ ਨੇ ਹਾਥੀ ਦੇ ਸਾਹਮਣੇ ਲਿਆ ਕੇ, ਜਿਹੜਾ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਬਹਾਦਰ ਯੋਧਾ ਹੋਵੇਗਾ, ਉਹਨਾਂ ਆਪਣੇ ਘੋੜੇ ਨੂੰ ਛੇੜਿਆ ਤੇ ਭਾਈ ਦਿਆਲ ਸਿੰਘ ਦਾ ਜਿਹੜਾ ਘੋੜਾ ਕੇ ਉਹਨੇ ਆਪਣੇ ਅਗਲੇ ਸੁੰਬ ਜਿਹੜੇ ਸਨ ਹਾਥੀ ਦੇ ਮੱਥੇ ਤੇ ਰੱਖ ਲਏ। ਫਿਰ ਸਮਝੋ, ਗੱਲਾਂ ਕਹਿ ਲੈਣੀਆਂ ਬਹੁਤ ਸੌਖੀਆਂ ਜੀ ਵੀ ਅਸੀਂ ਉਹਨਾਂ ਦੇ ਵਾਰਸਾਂ ਦੀ, ਭਾਵੇਂ ਮੇਰੇ ਵਾਂਗੂ ਜਪਜੀ ਸਾਹਿਬ ਉਹਨਾਂ ਕਰਦੇ ਹੋਣ, ਪਰ ਇਹ ਯਾਦ ਰੱਖੋ ਜਿਹੜਾ ਬੰਦਾ ਮੱਝ ਨੂੰ ਟੀਕਾ ਨਹੀਂ ਲਾ ਸਕਦਾ ਉਹ ਉੱਥੇ ਜਾ ਕੇ ਦੰਦ ਜੰਗ ਕਰ ਸਕਦਾ ਸੀ ਭਲਾ? ਨਹੀਂ, ਬਹਾਦਰੀ ਚਾਹੀਦੀ ਹੈ ਜੀ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਾਰਾ ਕੁਝ ਚਾਹੀਦਾ ਹੈ ਪਰ ਗੁਰੂ ਕੇ ਸਿੱਖੋ ਆਪਣਾ ਦਿਲ ਵੀ ਵੱਡਾ ਰੱਖੋ, ਪਤਾ ਨਹੀਂ ਕਦੋਂ ਜੰਗ ਲੜਨੀ ਪੈਣੀ। ਜਿਗਰਾ ਵੀ ਚਾਹੀਦਾ, ਨਾਲ ਬਹਾਦਰਤਾ ਵੀ ਚਾਹੀਦੀ, ਇਹ ਚੀਜ਼ਾਂ ਵੀ ਚਾਹੀਦੀਆਂ ਸਾਨੂੰ। ਇਹਨਾਂ ਚੀਜ਼ਾਂ ਨੂੰ ਵੇਖਣ ਦਾ, ਸਮਝਣ ਦਾ ਯਤਨ ਕਰੋ। ਫਿਰ ਸਮਝੋ, ਕਹਿੰਦੇ ਧਰਾਏ ਸੁੰਬ ਫੀਲ ਮਾਤ ਖਾਤ ਐਸ ਮਾਰਿਓ। ਭਾਈ ਦਿਆਲ ਸਿੰਘ ਨੇ ਆਪਣੇ ਘੋੜੇ ਨੂੰ ਪ੍ਰੇਰਿਆ ਤੇ ਉਸ ਘੋੜੇ ਨੇ ਆਪਣੇ ਅਗਲੇ ਦੋਵੇਂ ਸੁੰਬ ਹਾਥੀ ਦੇ ਮੱਥੇ ਤੇ ਰੱਖ ਲਏ। ਜਦੋਂ ਹਾਥੀ ਦੇ ਮੱਥੇ ਤੇ ਰੱਖੇ ਗਏ, ਭਾਈ ਦਿਆਲ ਸਿੰਘ ਦੇ ਹੱਥ ਵਿੱਚ ਤੇਗਦਾਰ ਤਾਂ ਹੋ ਜਾਂਦੇ ਹੋ ਕਿਰਪਾਨ, ਤੇ ਬੜੀ ਫੁਰਤੀ ਦੇ ਨਾਲ ਭਾਈ ਸਾਹਿਬ ਜੀ ਨੇ ਆਪਣੀ ਤੇਗ ਦਾ ਵਾਰ ਕਰ ਦਿੱਤਾ ਕਿ ਜੀ ਕਵੀ ਜੀ ਕਹਿੰਦੇ ਇਹ ਤੇਗ ਇੰਨੀ ਫੁਰਤੀ ਨਾਲ ਚੱਲੀ ਕਿ ਅਮੀਰ ਜਹਾਨ ਖਾਨ ਦਾ ਸਿਰ ਭਾਈ ਦਿਆਲ ਸਿੰਘ ਨੇ ਵੱਢ ਕੇ ਧਰਤੀ ਤੇ ਸੁੱਟ ਦਿੱਤਾ, ਜਿਵੇਂ ਕੋਈ ਵੱਲ ਨਾਲੋਂ ਕੱਦੂ ਲਾ ਕੇ ਸੁੱਟ ਦਿੰਦਾ ਵਾ। ਕਹਿੰਦੇ ਜਿਵੇਂ ਕੱਦੂ ਲਾ ਕੇ ਸੁੱਟ ਦੇਈਦਾ ਨਾ ਵੱਲ ਨਾਲੋਂ, ਪਤਾ ਵੱਲ ਨੂੰ ਕਿਹੜਾ ਪਤਾ ਲੱਗਦਾ ਨਾ ਕਿਸੇ ਦੂਜੇ ਨੂੰ। ਇਸ ਪ੍ਰਕਾਰ ਭਾਈ ਦਿਆਲ ਸਿੰਘ ਨੇ ਅਮੀਰ ਜਹਾਨ ਖਾਨ ਦਾ ਸਿਰ ਹਾਥੀ ਤੋਂ ਵੱਢ ਕੇ ਥੱਲੇ ਸੁੱਟ ਦਿੱਤਾ। ਮੈਂ ਤੁਹਾਨੂੰ ਕੁਝ ਕਹਿ ਤਾਂ ਨਹੀਂ ਰਿਹਾ, ਹਾਥੀ ਤੇ ਬੰਦੇ ਦਾ ਬੈਠੇ ਦਾ ਸਿਰ ਵੱਢਣਾ ਤੇ ਬੜੀ ਔਖੀ ਗੱਲ। ਤੁਸੀਂ ਜਰਾ ਝਾਤ ਮਾਰੋ ਕਿ ਆਪਣੇ ਚ ਕਿੰਨੇ ਕ ਬੰਦੇ ਜਿਨ੍ਹਾਂ ਕਦੀ ਹਾਥੀ ਝੂਟਾ ਹੀ ਲਿਆ ਹੋਵੇ, ਹਾਥੀ ਦੇ ਉੱਤੇ ਚੜ ਕੇ ਉਂਝ ਹੀ ਵੇਖਿਆ ਹੋਵੇ ਵੀ ਹਾਥੀ ਦਾ ਕੀ ਨਜ਼ਾਰਾ। ਬਹੁਤ ਸਾਰੇ ਲੋਕ ਹਾਥੀ ਦੇ ਲਾਗੇ ਜਾਣੋਂ ਡਰਦੇ ਆ। ਆਪਣੇ ਨਿਆਣਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸੀਏ, ਥੋੜਾ ਬਹੁਤਾ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਵੀ ਹੋਵੇ, ਇਹਨਾਂ ਡਰਪੋਕ ਬਣਾ ਦਈਏ। ਮੈਂ ਤੇ ਹੈਰਾਨ ਹੁੰਨਾ ਜਦੋਂ ਲੋਕ ਗੁਰਦੁਆਰੇ ਆ ਕੇ ਬੱਚੇ ਨੂੰ ਕਹਿਣਗੇ ਬਾਬਾ ਕੁੱਟੂ ਗਈ। ਜਿਹੜੇ ਬੱਚੇ ਦੇ ਦਿਮਾਗ 'ਚ ਪਹਿਲੇ ਦਿਨੋਂ ਬਿਠਾਤਾ ਬਾਬਾ ਕੁੱਟੂ, ਬਾਬੇ ਦੇ ਲਾਗੇ ਆਊ ਕਦੋਂ? ਉਹਨੇ ਤੇ ਸਾਰੀ ਉਮਰ ਇਹ ਸੋਚੇ ਨਾ ਬਾਬਾ ਕੁੱਟੂਗਾ। ਅਸੀਂ ਤੇ ਆਪਣੇ ਘਰਾਂ ਵਿੱਚ ਜਵਾਕਾਂ ਨੂੰ ਬਿੱਲੀਆਂ ਤੋਂ ਡਰਾ ਦੇਣੇ ਵੀ ਚੁੱਪ ਕਰ ਜਾ ਨਹੀਂ ਤੇ ਮਾਂ ਬਿੱਲੀ ਆ ਜਾਣੀ। ਦੱਸੋ ਜਿਹੜਾ ਬਿੱਲੀ ਤੋਂ ਡਰ ਗਿਆ ਸ਼ੇਰ ਦਾ ਮੁਕਾਬਲਾ ਥੋੜਾ ਕਰੇਗਾ। ਮੈਂ ਕਹਿੰਦਾ ਫਿਰ ਵੀ ਸਾਡੇ ਨੂੰ ਪਠਾਨ ਕਿਤੇ ਚੰਗੇ, ਉਹਨਾਂ ਬੱਚਾ ਵੀ ਸਵਾਉਣਾ ਹੋਵੇ ਤੇ ਹਰੀ ਸਿੰਘ ਦੇ ਨਲੂਏ ਦਾ ਨਾਂ ਲੈ ਕੇ ਸੌਂਦੇ ਆ ਵੀ ਚੁੱਪ ਕਰ ਜਾ ਨਹੀਂ ਤੇ ਨਲੂਏ ਨੇ ਆ ਜਾਣਾ। ਬਹਾਦਰ ਦਾ ਨਾਂ ਨਹੀਂ ਦੇ ਕਿਸੇ ਦੇ। ਭਾਈ ਸਾਹਿਬ ਦਾ ਪਿਆਰਾ ਵਤਨ ਕੇ ਕਹਿੰਦੇ ਇਸ ਪ੍ਰਕਾਰ ਉਹਨੇ ਆਪਣਾ ਵਾਹਿਗੁਰੂ ਉਹਦਾ ਸਿਰ ਵੱਢ ਕੇ ਸੁੱਟਿਆ। ਗੁਰਸੰਗਤ ਜੀ ਜਿਵੇਂ ਕੱਦੂ ਬਾਲ ਨਾਲੋਂ ਲਾ ਕੇ ਸੁੱਟ ਦਿੱਤਾ। ਇਸ ਪ੍ਰਕਾਰ ਭਾਈ ਦਿਆਲ ਸਿੰਘ ਨੇ ਅਮੀਰ ਜਹਾਨ ਖਾਨ ਦਾ ਸਿਰ ਵੱਢ ਦਿੱਤਾ ਗਿਆ ਜੀ। ਹੁਣ ਗੁਰਸੰਗਤ ਜੀ ਇਕੱਲਾ ਉਹ ਨਹੀਂ, ਭਾਈ ਦਿਆਲ ਸਿੰਘ ਦੇ ਨਾਲ ਵੀ ਸਿੰਘ ਹੈਗੇ ਸੀ, ਉਧਰੋਂ ਆਪ ਵੀ ਉਹ
ਅਮੀਰ ਜਾਨ ਖਾਨ ਦੇ ਨਾਲ ਦੇ ਲਾਗੇ ਬੰਨੇ ਜਿਹੜੇ ਹੋਰ ਘੋੜਿਆਂ ਤੇ ਚੜੇ ਸਨ ਲਾਗੇ ਜਾਂ ਹਾਥੀ ਨੂੰ ਚਲਾਉਣ ਵਾਲਾ, ਪਤਾ ਨਹੀਂ ਕਿੰਨੇ ਕੁ ਜ਼ਿਆਦੇ ਉਹਦੇ ਨਾਲ ਦੇ ਬੰਦੇ ਜਿਹੜੇ ਨੇ ਗੁਰੂ ਕੇ ਸਿੱਖਾਂ ਨੇ ਵੱਢ ਵੁੱਢ ਕੇ ਧਰਤੀ ਤੇ ਸੁੱਟ ਦਿੱਤੇ ਗਾਨਾ। ਜਹਾਨ ਕਾ ਸਰਦਾਰ ਟੋਕ ਉਠੇ। ਹੁਣ ਜਦੋਂ ਅਮੀਰ ਜਹਾਨ ਖਾਨ ਦਾ ਸਿਰ ਵੱਢ ਦਿੱਤਾ ਭਾਈ ਦਇਆਲ ਸਿੰਘ ਨੇ, ਤੇ ਕੋਈ ਛੋਟੀ ਗੱਲ ਨਹੀਂ, ਉਹਨਾਂ ਦਾ ਇੱਕ ਬੁਰਜ ਡਿੱਗ ਪਿਆ, ਤੁਸੀਂ ਸਮਝ ਲਓ। ਕਵੀ ਜੀ ਕਹਿੰਦੇ ਨੇ ਅਜ਼ੂਬ ਖਾਂ ਜਹਾਨ ਖਾਂ ਸਰਦਾਰ ਕੋਪ ਤੋਂ ਉਠੇ। ਅਜ਼ੂਬ ਖਾਂ ਤੇ ਜਹਾਨ ਖਾਂ, ਇਹ ਸਰਦਾਰ ਜਿਹੜੇ ਸਨ ਇਹ ਉਹਨਾਂ ਦੇ ਉਹ ਗੁੱਸੇ ਨਾਲ ਭਰ ਗਏ ਜੀ। ਗੁਰਸੰਗਤ ਦੀ ਇਹਨਾਂ ਅੰਦਰ ਬਹੁਤ ਜ਼ਿਆਦਾ ਕ੍ਰੋਧ ਪੈਦਾ ਹੋ ਗਿਆ ਕਿ ਦੇਖ ਦਿਆਲ ਸਿੰਘ ਕੀ ਬਹਾਦਰੀ। ਹੁਣ ਭਾਈ ਸਾਹਿਬ ਦਾ ਪਿਆਰਾ ਬਦਨਗੇ। ਫਿਰ ਕਹਿੰਦੇ ਜਿਹੜਾ ਅਜ਼ੂਬ ਖਾਨ ਆ ਨਾ, ਇਹਨੇ ਭਾਈ ਦਇਆਲ ਸਿੰਘ ਦੀ ਬਹਾਦਰੀ ਆਪਣੀਆਂ ਅੱਖਾਂ ਨਾਲ ਵੇਖੀ ਸੀ। ਵਾਹ, ਇੰਨਾ ਬਹਾਦਰ ਸੂਰਮਾ ਹੈ ਕਿ ਆਪਣੇ ਦੁਸ਼ਮਣ ਨੂੰ ਵੱਢਣ ਵਾਸਤੇ ਉਹਦੇ ਹਾਥੀ ਦੇ ਉੱਪਰ ਜਾ ਕੇ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੋਵੇ। ਏਡਾ ਬਹਾਦਰ ਸੂਰਮਾ ਗੁਰਸੰਗਤ ਜੀ। ਜਦੋਂ ਅਜ਼ੂਬ ਖਾਨ ਨੇ ਭਾਈ ਸਾਹਿਬ ਭਾਈ ਦਇਆਲ ਸਿੰਘ ਜੀ ਦੀ ਬਹਾਦਰੀ ਨੂੰ ਵੇਖਣਾ ਕੀਤਾ ਕਿ ਮਿਠਾਈ ਪਾਏ ਸੁਧ ਗਾਏ ਜੋਰ ਨਾਦਰੀ। ਗੁਰਸੰਗਤ ਜੀ ਕਵੀ ਜੀ ਕਹਿੰਦੇ ਨੇ ਵੀ ਫਿਰ ਉਹਨੇ ਆਪਣਾ ਸਾਰਾ ਜ਼ੋਰ ਲਾਇਆ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਵੀ ਜੇ ਐਡੇ ਐਡੇ ਬਹਾਦਰਾਂ ਨਾਲ ਜੰਗ ਲੜਨਾ ਹੈ ਨਾ, ਜਿਹੜੇ ਆਪਣੇ ਘੋੜਿਆਂ ਨੂੰ ਹਾਥੀਆਂ ਦੇ ਮੱਥਿਆਂ ਦੇ ਲੈ ਆਉਂਦੇ ਆ, ਤੇ ਫਿਰ ਢਿੱਲੇ ਬਹਿ ਕੇ ਜੰਗ ਨਹੀਂ ਲੜਿਆ ਜਾਣਾ। ਇਹ ਫਿਰ ਢਿੱਲੇ ਬਹਿ ਕੇ ਤੇ ਜੰਗ ਹੱਥੋਂ ਨਿਕਲ ਜਾਏਗੀ। ਇਸ ਕਰਕੇ ਸਾਰਾ ਜ਼ੋਰ ਲਾ ਕੇ ਲੜੋ। ਅਜ਼ੂਬ ਖਾਨ ਜਿਹੜਾ ਗੇ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੁਰਸੰਗਤ ਜੀ ਸਾਰਾ ਜ਼ੋਰ ਲਾ ਕਰਕੇ ਬਾਬਾ ਦੀਪ ਸਿੰਘ ਤੇ ਉਹਦੇ ਸਾਥੀਆਂ ਨਾਲ ਯੁੱਧ ਲੜਨ ਲੱਗੇਗਾ ਨਾ। ਗੌਰ ਦਾ ਅਕਰੀ ਅਰਥ ਕੇ ਬਹੁਤ ਜ਼ਿਆਦਾ। ਗੁਰਸੰਗਤ ਦੀ ਜੰਗ ਉਧਰੋਂ ਚੱਲਦੀ ਪਈ ਆ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਲਾਹੌਰ ਸਿੰਘਾਂ ਭੇਜ ਦਿੱਤਾ ਸੀ। ਜੰਗ ਚੱਲਦੀ ਪਈ ਆ। ਅਮੀਰ ਜਹਾਨ ਖਾਨ ਦਾ ਸਿਰ ਭਾਈ ਦਇਆਲ ਸਿੰਘ ਨੇ ਵੱਢ ਦਿੱਤਾ ਹੈ। ਇਸੇ ਪ੍ਰਕਾਰ ਅਜ਼ੂਬ ਖਾਨ, ਜਹਾਨ ਖਾਨ, ਇਹ ਸਾਰੇ ਅੱਗੇ ਹੋ ਕੇ ਜੰਗ ਲੜਦੇ ਪਏ ਆ। ਜਾਂ ਐਨ ਇਹਨਾਂ ਦੀ ਮਦਦ ਵਾਸਤੇ ਲਾਹੌਰ ਦੀ ਧਰਤੀ ਤੋਂ ਹੋਰ ਬਹੁਤ ਸਾਰੀ ਫੌਜ ਆ ਗਈ। ਬਹੁਤ ਸਾਰੀ ਫੌਜ ਲਾਹੌਰ ਦੀ ਧਰਤੀ ਤੋਂ ਹੋਰ ਆ ਗਈ ਗਏ ਜੀ। ਜਿਹੜੇ ਹੁਣ ਨਵੇਂ ਸਰਦਾਰ ਆਏ ਆ ਨਾ ਫੌਜਾਂ ਨੂੰ ਨਾਲ ਲੈ ਕੇ, ਇਹਨਾਂ ਦੇ ਵਿੱਚ ਇੱਕ ਗਏ ਅਮਾਨ ਖਾਂ ਤੇ ਅੱਗੇ ਉਹਨਾਂ ਸ਼ਬਦ ਵਰਤਿਆ ਕਿ ਯਕੂਬ ਖਾਂ। ਪਹਿਲਾ ਜਿਹੜਾ ਆਪਾਂ ਪੜਿਆ ਅਯੂਬ ਖਾਂ ਐੜੇ ਨਾਲ, ਜਿਹੜਾ ਹੁਣ ਅੱਗੇ ਜ਼ਿਕਰ ਆਇਆ ਯਕੂਬ ਖਾਂ ਯਈਏ ਨਾਲ, ਜੱਜੇ ਨਾਲ ਨਹੀਂ ਯਈਏ ਨਾਲ, ਯਕੂਬ ਖਾਂ। ਭਾਈ ਸਾਹਿਬ ਦਾ ਪਿਆਰਾ ਬਚਨ ਕਿ ਅਮਾਨ ਖਾਂ ਯੂਬ ਖਾਂ ਆਏ ਸਰਦਾਰ ਔਰ ਥੇ। ਗੁਰਸੰਗਤ ਦੀ ਉਸ ਵਕਤ ਇਹਨਾਂ ਦੀ ਮਦਦ ਵਾਸਤੇ ਦੋ ਸਰਦਾਰ ਆਪਣੇ ਨਾਲ ਦੇ ਹੋਰ ਬਹੁਤ ਸਾਰੇ ਸਿਪਾਹੀਆਂ ਨੂੰ ਨਾਲ ਲੈ ਕੇ ਇਸ ਮੈਦਾਨ ਅੰਦਰ ਪਹੁੰਚ ਗਿਆ ਤਾਂ ਜੋ ਗੁਰਸਿੱਖਾਂ ਨੂੰ ਦਰਬਾਰ ਸਾਹਿਬ ਤੱਕ ਨਾ ਜਾਣ ਦਿੱਤਾ ਜਾਵੇ। ਰਸਤੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਤੇ ਉਹਦੇ ਨਾਲ ਦੇ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਜਾਵੇ। ਇਹ ਪ੍ਰਸੰਗ ਚਲੋ ਭਾਵੇਂ ਮਨ ਦਾ ਫੁਰਨਾ ਤੇ ਸੀ ਵੀ ਅੱਜ ਪੂਰਾ ਹੋ ਜਾਏ, ਪਰ ਮੈਨੂੰ ਲੱਗਦਾ ਵੀ 2 ਦਿਨ ਹੋਰ ਚੱਲੇ ਗੱਲ, ਕਿਉਂਕਿ ਵਾਹਿਗੁਰੂ ਜਿੰਨੀ ਕੁ ਸਮੱਤ ਦਿੰਦੇ ਆਪਾਂ ਉਹਨਾਂ ਕੀ ਨੂੰ ਵਿਚਾਰਨਾ ਵਾ। ਇਸ ਤੋਂ ਅਗਲਾ ਵਿਚਾਰ ਆਪਾਂ ਕੱਲ ਤੇ ਦੀਵਾਨ ਅੰਦਰ ਕਰਾਂਗੇ। ਆਪ ਸੰਗਤਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਯਤਨ ਕਰਿਓ ਕਥਾ ਦੀ ਆਰੰਭਤਾ ਵੇਲੇ ਪਹੁੰਚਿਆ ਜਾਵੇ। 5:15 ਵਜੇ ਆਪਾਂ ਕਥਾ ਸ਼ੁਰੂ ਕਰਦੇ ਆਂ ਤੇ ਆਪ ਜੀ ਯਤਨ ਕਰਿਓ ਵੀ ਆਰੰਭਤਾ ਵੇਲੇ ਪਹੁੰਚ ਗਏ, ਕਿਉਂਕਿ ਜਦੋਂ ਸੰਗਤ ਅੱਗੇ ਸੁਚੇਤ ਹੋ ਕੇ ਬੈਠੀ ਹੋਵੇ ਨਾ ਸੁਣਨ ਵਾਲੀ, ਫਿਰ ਕਥਾ ਦੇ ਵਿੱਚੋਂ ਹੋਰ ਰਸ ਆਉਂਦਾ, ਆਨੰਦ ਆਉਂਦਾ ਵਾ। ਇਹ ਆਪ ਜੀ ਨੇ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰਨੀ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਹੋਈਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਸਵਾਗਤ ਗੁਰੂ ਘਰ ਵੱਲੋਂ। ਜੀ ਆਇਆਂ ਨੂੰ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।